ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਵੈਸੇ ਨੂਰ ਗੁਰ ਗੋਬਿੰਦ ਸਿੰਘ ਹਕ ਹਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਾਹਨਸ਼ਾਹ ਗੁਰ ਗੋਬਿੰਦ ਸਿੰਘ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਲਾਲ ਸਗੇ ਗੁਲਾਮੇ ਗੁਰ ਗੋਬਿੰਦ ਸਿੰਘ ਦਾਗਦਾਰੇ ਨਾਮੇ ਗੁਰ ਗੋਬਿੰਦ ਸਿੰਘ ਕਮਤਰੀ ਜਿਸ ਗਾਨੇ ਗੁਰ ਗੋਬਿੰਦ ਸਿੰਘ ਰਿਜ਼ਾ ਚੀਨੇ ਖਾਨੇ ਗੁਰ ਗੋਬਿੰਦ ਸਿੰਘ ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਾਲਾ ਮਹੱਲਾ ਪੰਜਵਾ। ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਊਰੈ ਮੂਸੇ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਊਰੈ ਮੂਸੇ ਰਹਾਉ ਵਰਤ ਨੇਮ ਸੰਜਮ ਮਹਿ ਰਹਿਤਾ ਤਿਨ ਕਾ ਆਠ ਨਾ ਪਾਇਆ ਆਗੇ ਚਲਣ ਔਰ ਹੈ ਪਾਈ ਊਹਾਂ ਕਾਮ ਨਾ ਆਇਆ ਤੀਰਥ ਨਹਾਏ ਅਰ ਧਰਨੀ ਭ੍ਰਮਤਾ ਆਗੇ ਠੌਰ ਨਾ ਪਾਵੈ ਊਹਾਂ ਕਾਮ ਨਾ ਆਵੈ ਇਹ ਬਿਧ ਉਹ ਲੋਗ ਨਹੀਂ ਪਤਿਆਵੈ ਚਤੁਰਵੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਖਰ ਉਹ ਸਗਲੀ ਝਾਖ ਚਖਾਈਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ ਗੁਰ ਸੇਵਹੁ ਅਰ ਨਾਮ ਧਿਆਵਹੁ ਤਿਆਗਹੁ
ਮਨ ਹੋ ਗੁਮਾਨੀ। ਨਾਨਕ ਕਹਿਤੋ ਇਹੋ ਵਿਚਾਰਾ, ਜੇ ਕਮਾਵੈ ਸੋ ਪਾਰ ਗਰਾਮੀ। ਗੁਰ ਸੇਵਹੁ ਅਰ ਨਾਮ ਧਿਆਵਹੁ, ਤਿਆਗਹੁ ਮਨ ਹੋ ਗੁਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਅੱਜ ਆਪਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠ ਕਰਕੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗਿਆ ਸਮਾਂ ਪ੍ਰਾਪਤ ਕਰ ਰਹੇ ਹਾਂ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਜੋ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਦੇ ਵਿੱਚੋਂ ਸ਼੍ਰੋਮਣੀ ਕਵੀ ਹੋਏ ਹਨ। ਆਪ ਜੀ ਨੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਮਹਿਮਾ, ਸਤਿਗੁਰੂ ਸਾਹਿਬ ਜੀ ਦੀ ਸਤੁਤੀ ਦੇ ਅਸਤੋਤਰ ਗਾ ਗਾ ਕੇ ਦੁਨੀਆ ਨੂੰ ਦੱਸਿਆ ਹੈ ਕਿ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਸ ਅਜ਼ਮਤ ਦੇ ਮਾਲਕ ਸਨ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲੰਗਰ ਦੇ ਬਰਤਨ ਮਾਂਜ ਰਹੇ ਨੇ, ਸੇਵਾ ਕਰ ਰਹੇ ਨੇ, ਤੇ ਭਾਈ ਸਾਹਿਬ ਜੀ ਦੇ ਕੋਲ ਇੱਕ ਗੁਰੂ ਕਾ ਸਿੱਖ ਆਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਨੰਦ ਲਾਲ ਜੀ, ਬਾਦਸ਼ਾਹ ਬਹਾਦਰ ਸ਼ਾਹ ਦੀ ਦਰਬਾਰ ਦੇ ਵਿੱਚ ਤੁਹਾਡੇ ਦਸਤਖਤ ਸ਼ਾਹੀ ਪਰਵਾਨਿਆਂ ਦਾ ਸ਼ਿੰਗਾਰ ਹੋਇਆ ਕਰਦੀ ਸਨ। ਆਪ ਜੀ ਨੇ ਉਹ ਦਰਬਾਰ ਛੱਡ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਰਬਾਰ ਚੁਣਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਤੁਸਾਂ ਨੇ ਕੀ ਖਾਸ ਵੇਖਿਆ ਹੈ? ਤੇ ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ, ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਰਾਜੇ ਮੈਂ ਭਿਖਾਰੀਆਂ ਵਾਂਗ ਮੰਗਦੇ ਹੋਏ ਵੇਖੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਜਿਹੜੇ ਮੰਗਤੇ ਲੋਕ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਅੱਗੇ ਆ ਕੇ ਝੋਲੀਆਂ ਅੱਡਣ ਵਾਲੇ ਫਕੀਰ ਲੋਕ ਨੇ, ਉਹ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਬਾਦਸ਼ਾਹ ਵਾਂਗ ਦਾਤਾਂ ਵੰਡਦੇ ਵੇਖੇ ਹਨ। ਇਹ ਫਰਕ ਮੈਂ ਬਾਦਸ਼ਾਹ ਬਹਾਦਰ ਸ਼ਾਹ ਤੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਵੇਖਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਕੋਈ ਮੰਗਤਾ ਵੀ ਚੱਲ ਕਰਕੇ ਆ ਜਾਵੇ, ਉਹ ਵੀ ਬਾਦਸ਼ਾਹ ਬਣ ਜਾਂਦਾ ਹੈ। ਬਾਦਸ਼ਾਹ ਵਾਂਗ ਦੁਨੀਆ ਦੇ ਵਿੱਚ ਉਹ ਦਾਤਾਂ ਵੰਡਣ ਲੱਗ ਪੈਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਬਹਾਦਰ ਸ਼ਾਹ ਦੀ ਨੌਕਰੀ ਛੱਡ ਕਰਕੇ ਜਦੋਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਰਫ ਨੂੰ ਆਨੰਦਾਂ ਦੀ ਪੁਰੀ ਵੱਲ ਨੂੰ ਤੁਰੇ ਨੇ, ਸੰਪਰਦਾਇ ਵਿਦਵਾਨ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਚਮਕਾਰਾ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਕਿਆ ਸਿੱਖਾ ਘਰੋਂ ਇੱਕ ਪੈਰ ਪੁੱਟ, ਗੁਰੂ ਤੈਨੂੰ ਹਜ਼ਾਰਾਂ ਹੀ ਕਦਮ ਅੱਗੇ ਹੋ ਕਰਕੇ ਮਿਲੇਗਾ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਔਰੰਗਜ਼ੇਬ ਬਾਦਸ਼ਾਹ ਤੋਂ ਦੁਖੀ ਹੋ ਕਰਕੇ
ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵੱਲ ਇੱਕ ਕਦਮ ਪੁੱਟਿਆ ਸੀ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਨੰਦ ਲਾਲ ਜੀ ਨੂੰ ਨਦਰੋਂ ਨਦਰ ਨਿਹਾਲ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਹੇ ਨੰਦ ਲਾਲ, ਅੱਜ ਤੱਕ ਤੂੰ ਬਾਦਸ਼ਾਹ ਦੀ ਖੁਸ਼ਾਮਦ ਦੇ ਵਿੱਚ ਸ਼ੇਰੋ ਸ਼ਾਇਰੀ ਕੀਤੀ ਹੈ, ਖੁਦਾਇਆ ਦੀ ਉਸਤਤ ਦੇ ਵਿੱਚ ਸ਼ੇਰੋ ਸ਼ਾਇਰੀ ਕਰਕੇ ਵੇਖ, ਦੁਨੀਆ ਦਾ ਬਾਦਸ਼ਾਹ ਤੇਰਾ ਵਾਲ ਨਹੀਂ ਵਿੰਗਾ ਕਰ ਪਾਵੇਗਾ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਉਹਨਾਂ ਨੇ ਪਹਿਲਾ ਸ਼ੇਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਦੇ ਵਿੱਚ ਆਗਰੇ ਦੀ ਧਰਤੀ ਉੱਪਰ ਉਚਾਰਨ ਕੀਤਾ। ਕਹਿਣ ਲੱਗੇ, ਆ ਖੁਦਾ ਬੰਦੇ ਜ਼ਮੀਨੋ ਆਸਮਾਂ, ਜ਼ਿੰਦਗੀ ਬਖਸ਼ੇ ਵਜੂਦੇ ਇਨਸੋ ਜਾਂ। ਦੁਨੀਆ ਦੇ ਲੋਗੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਨੰਦਪੁਰ ਦਾ ਮਾਲਕ ਨਾ ਸਮਝਿਓ। ਗੁਰੂ ਗੋਬਿੰਦ ਸਿੰਘ ਸਾਹਿਬ ਇਸ ਜਹਾਨ ਤੇ ਉਸ ਜਹਾਨ ਦਾ ਮਾਲਕ ਹੈ। ਬਾਦਸ਼ਾਹ ਔਰੰਗਜ਼ੇਬ ਨੇ ਮੈਨੂੰ ਮਾਰ ਦੇਣਾ ਸੀ, ਜੇ ਅੱਜ ਮੈਨੂੰ ਜ਼ਿੰਦਗੀ ਬਖਸ਼ੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਦੂਜਾ ਬਚਨ ਉਚਾਰਨ ਕੀਤਾ, ਖਾਕੇ ਰਾਹਸ਼ ਤੂਤੀ ਆਏ ਚਸ਼ਮੇ ਮਾਸਤ, ਆਬਰੂ ਅਫਜ਼ਾਏ ਹਰ ਸ਼ਾਹੂ ਗਦਾਸਤ। ਦੁਨੀਆ ਦੇ ਲੋਗੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੁਰੀ, ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਨੂੰ ਜਿਹੜਾ ਮਾਰਗ ਜਾਂਦਾ ਏ, ਉਸ ਮਾਰਗ ਦੀ ਖਾਕ ਨੂੰ ਘਟਾ ਨਾ ਸਮਝਿਓ। ਮੇਰੇ ਲਈ ਉਹ ਅਕਸੀਰ ਹੈ, ਉਹ ਅਕਸੀਰ ਜਿਸ ਦੇ ਨੇਤਰਾਂ ਨੂੰ ਵੀ ਲੱਗ ਜਾਂਦੀ ਹੈ, ਉਸ ਦੇ ਨੇਤਰਾਂ ਦੇ ਅੱਗਿਓਂ ਅਗਿਆਨਤਾ ਦਾ ਪਰਦਾ ਚੱਕਿਆ ਜਾਂਦਾ ਏ। ਜਿੱਧਰ ਵੀ ਉਹ ਦੇਖਦਾ ਏ ਨਾ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਸਤੇ ਦੀ ਖਾਕ ਪ੍ਰਾਪਤ ਹੋ ਜਾਂਦੀ ਹੈ, ਉਹਨੂੰ ਅਕਾਲ ਪੁਰਖ ਪਰਮੇਸ਼ਰ ਹੀ ਨਜ਼ਰ ਆਉਂਦਾ ਏ। ਬਾਣੀ ਵਿੱਚ ਬੜਾ ਸੋਹਣਾ ਲਿਖਿਆ ਏ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਜਿਹਨੇ ਹਜੂਰ ਸਾਹਿਬ ਦੇ ਰਸਤੇ ਦੀ ਖਾਕ ਆਪਣੇ ਮੱਥੇ ਨੂੰ ਲਾਈ ਹੈ, ਉਹ ਜਿੱਧਰ ਵੀ ਵੇਖਦਾ ਏ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਕੇ ਦੀਦਾਰ ਪ੍ਰਾਪਤ ਹੁੰਦਾ ਏ। ਜਰਰੇ ਜਰਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਕੇ ਦੀਦਾਰ ਉਹਨੂੰ ਦਿਸਣ ਲੱਗ ਪੈਂਦਾ ਏ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਜਦੋਂ ਆਗਰੇ ਤੋਂ ਤੁਰੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਮਿੱਤਰ ਸੀ ਜਿਹਦਾ ਨਾਮ ਸੀ ਗਿਆਸੂਦੀਨ। ਬਹਾਦਰ ਸ਼ਾਹ ਦੇ ਕੋਲ ਇਹ ਨੌਕਰੀ ਵੀ ਕਰਦਾ ਸੀ, ਘੋੜਿਆਂ ਦਾ ਸਾਰਾ ਪ੍ਰਬੰਧ ਇਹਦੇ ਥੱਲੇ ਸੀ, ਅਤੇ ਇਹ ਇੱਕ ਮੌਲਵੀ ਵੀ ਸੀ ਤੇ ਨਾਮ ਇਹਦਾ ਸੀ ਗਿਆਸੂਦੀਨ। ਇਹ ਭਾਈ ਨੰਦ ਲਾਲ ਸਾਹਿਬ ਜੀ ਦੇ ਨਾਲ ਚੱਲਿਆ ਏ। ਹੁਣ ਜਿਹੜੇ ਧਰਮ ਦੇ ਵਿੱਚ ਬੰਦਾ ਹੁੰਦਾ ਏ, ਉਸ ਧਰਮ ਦਾ ਪ੍ਰਭਾਵ ਬੰਦੇ ਦੇ ਉੱਪਰ ਜ਼ਰੂਰ ਹੁੰਦਾ ਏ। ਉਹ ਚਾਹੁੰਦਾ ਏ ਕਿ ਮੈਂ ਆਪਣੇ ਵੱਲ ਨੂੰ ਖਿੱਚ ਲਵਾਂ। ਉਹ ਭਾਈ ਨੰਦ ਲਾਲ ਸਾਹਿਬ ਜੀ ਨੂੰ ਕਹਿਣ ਲੱਗਾ, ਨੰਦ ਲਾਲਾ, ਤੂੰ ਮੇਰਾ ਮੁਰਸ਼ਿਦ ਵੀ ਹੈ ਤੇ ਸੱਜਣ ਵੀ ਹੈ। ਦੇਖ, ਬਹਾਦਰ ਸ਼ਾਹ ਦੀ ਦਰਗਾਹ ਦੇ ਵਿੱਚ, ਬਹਾਦਰ ਸ਼ਾਹ ਦੇ ਦਰਬਾਰ ਵਿੱਚ ਤੇਰਾ ਰੁਤਬਾ ਕਿੱਡਾ ਉੱਚਾ ਸੀ। ਸ਼ਾਹੀ ਪਰਵਾਨਿਆਂ ਦੇ ਉੱਪਰ ਤੇਰੇ ਦਸਤਖਤ ਹੁੰਦੇ ਸਨ, ਸੋਨੇ ਦੀਆਂ ਮੋਹਰਾਂ ਤੇਰੇ ਹੱਥਾਂ ਵਿੱਚ ਰੁਲਦੀਆਂ ਸਨ, ਚਾਂਦੀ ਦੇ ਸਿੱਕੇ ਤੇਰੇ ਪੈਰਾਂ ਵਿੱਚ ਰੁਲਦੇ ਸਨ। ਇਹ ਸਭ ਕੁਝ ਛੱਡ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਰਫ ਨੂੰ ਤੂੰ ਚੱਲਿਆ ਏ। ਗੁਰੂ ਗੋਬਿੰਦ ਸਿੰਘ ਸਾਹਿਬ ਤੇ ਆਪ ਇੱਕ ਫਕੀਰ ਹੈ, ਉਹ ਫਕੀਰ ਤੈਨੂੰ ਕੀ ਦੇਵੇਗਾ? ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਗਿਆਸੂਦੀਨ, ਤੈਨੂੰ ਕੀ ਪਤਾ ਏ ਕਿ ਨੇਕ ਪੁਰਖਾਂ ਦੀ ਸੰਗਤ ਵਿੱਚੋਂ ਕੀ ਕੁਝ ਪ੍ਰਾਪਤ ਹੁੰਦਾ ਏ? ਭਾਈ ਨੰਦ ਲਾਲ ਸਾਹਿਬ ਦੇ ਬੋਲ ਸਨ, ਸੋਹਬਤੇ ਨੇਕਾਂ ਅਗਰ ਬਾਸ਼ਦ ਨਸੀਬ, ਦੌਲਤੇ ਜਾਵੇਦ ਜਾਬੀ ਐ ਹਬੀਬ। ਗਿਆਸੂਦੀਨ, ਕਿਤੇ ਨੇਕ ਪੁਰਖਾਂ ਦੀ ਸੰਗਤ ਪ੍ਰਾਪਤ ਕਰਕੇ ਵੇਖ, ਉਹਨਾਂ ਦੀ ਸੰਗਤ ਵਿੱਚੋਂ ਉਹ ਧਨ ਪ੍ਰਾਪਤ ਹੁੰਦਾ ਏ ਜਿਹੜਾ ਧਨ ਉਮਰ ਪਰਯੰਤ ਰਹਿੰਦਾ ਏ ਤੇ ਪ੍ਰਲੋਕ ਵਿੱਚ ਨਾਲ ਜਾਂਦਾ ਏ। ਗਿਆਸੂਦੀਨ ਨੇ ਕੰਨ ਦੇ ਕੇ ਸੁਣਿਆ ਤੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਕਹਿਣ ਲੱਗਾ, ਨੰਦ ਲਾਲ ਸਾਹਿਬ ਜੀ,
ਉਹ ਕਿਹੜਾ ਧਨ ਹੈ ਜਿਹੜਾ ਸਦੀਵੀ ਰਹਿੰਦਾ ਹੈ। ਸੋਨੇ ਦੀਆਂ ਮੋਹਰਾਂ ਵੀ ਕੋਲਾ ਬਣ ਜਾਂਦੀਆਂ ਨੇ, ਚਾਂਦੀ ਦੇ ਸਿੱਕੇ ਵੀ ਘਸ ਜਾਂਦੇ ਨੇ, ਸ਼ਾਹੀ ਪਰਵਾਨੇ ਵੀ ਸਮੇਂ ਨਾਲ ਫਟ ਜਾਂਦੇ ਨੇ। ਉਹ ਕਿਹੜਾ ਧਨ ਹੈ ਜਿਹੜਾ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਏ ਤੇ ਸਦਾ ਰਹਿੰਦਾ ਏ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ, ਦੌਲਤੇ ਜਾਵੇਦ ਬਾਸ਼ਿਦ ਬੰਦਗੀ, ਬੰਦਗੀ ਕੁਨ ਬੰਦਗੀ, ਕੁਨ ਬੰਦਗੀ। ਹਮੇਸ਼ਾ ਰਹਿਣ ਵਾਲਾ ਧਨ ਪਰਮੇਸ਼ਰ ਦੀ ਬੰਦਗੀ ਹੈ। ਗਿਆਸੂ ਦੀਨਾ ਬੰਦਗੀ ਕਰ, ਉਹ ਬੰਦਗੀ ਕਰ, ਬੰਦਗੀ ਕਰ। ਬੰਦਗੀ ਤੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਤੋਂ ਪ੍ਰਾਪਤ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਲਿਖਿਆ ਏ, ਇਹ ਦੁਨੀਆ ਦਾ ਕੱਚਾ ਧਨ ਬਿਨਸ ਜਾਂਦਾ ਏ, ਪਰ ਆਪਾਂ ਸਾਰੇ ਕੱਚਾ ਧਨ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਐ। ਸਦੀਵੀ ਧਨ ਨਾਲ ਜਾਂਦਾ ਏ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਭਾਈ ਨੰਦ ਲਾਲ ਸਾਹਿਬ ਜੀ ਗਿਆਸੂ ਦੀਨ ਨੂੰ ਕਹਿਣ ਲੱਗੇ, ਗਰ ਬਜ਼ੁਰਗੀ ਬਾਏ ਦਾਤ ਕੁਨ ਬੰਦਗੀ, ਵਰਨਾ ਆਖਿਰ ਮੇ ਕਸ਼ੀ ਸ਼ਰਮਿੰਦਗੀ। ਗਿਆਸੂ ਦੀਨਾ, ਤੂੰ ਮਰਾਤਬੇ ਦੀ ਗੱਲ ਕਰਦਾ ਏ ਕਿ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਤੁਸੀਂ ਵਜ਼ੀਰੇ ਆਜ਼ਮ ਸੀ, ਤੁਸੀਂ ਬਜ਼ੁਰਗ ਸੀ। ਬਹਾਦਰ ਸ਼ਾਹ ਤੁਹਾਨੂੰ ਹਰੇਕ ਗੱਲ ਪੁੱਛ ਕੇ ਤੁਰਦਾ ਸੀ। ਇਹ ਮਰਾਤਬਿਆਂ ਦੀਆਂ ਕਿਹੜੀਆਂ ਗੱਲਾਂ ਨੇ? ਗਿਆਸੂ ਦੀਨਾ, ਜੇ ਤੂੰ ਮਰਾਤਬਾ ਚਾਹੁਣਾ ਏ ਤੇ ਪਰਮੇਸ਼ਰ ਦੀ ਬੰਦਗੀ ਕਰ। ਗਰ ਬਜ਼ੁਰਗੀ ਬਾਏ ਦਾਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ। ਨਹੀਂ ਤੇ ਆਖਰ ਰੱਬ ਦੀ ਦਰਗਾਹ ਦੇ ਵਿੱਚ ਤੈਨੂੰ ਸ਼ਰਮਸਾਰ ਹੋਣਾ ਪਵੇਗਾ। ਭਾਈ ਨੰਦ ਲਾਲ ਸਾਹਿਬ ਜੀ ਨੇ ਗਿਆਸੂ ਦੀਨ ਨੂੰ ਗੁਰਮਤ ਦਾ ਇੰਨਾ ਕੁ ਉਪਦੇਸ਼ ਦਿੱਤਾ ਕਿ ਗਿਆਸੂ ਦੀਨ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਭੌਰਾ ਹੋ ਗਿਆ। ਖੈਰ ਚਲਦੇ ਚਲਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚੇ ਨੇ। ਭਾਈ ਨੰਦ ਲਾਲ ਸਾਹਿਬ ਜੀ ਨੇ ਜਿਹੜੇ ਬਚਨ ਉਚਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਤੁਤੀ ਦੇ ਅਸਤੋਤਰ ਗਾਏ, ਗਿਆਸੂ ਦੀਨ ਨੇ ਉਹ ਬਚਨ ਕਲਮਬੰਦ ਕੀਤੇ ਤੇ ਉਹਦਾ ਨਾਮ ਰੱਖਿਆ ਬੰਦਗੀ ਨਾਮਾ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚ ਕਰਕੇ ਉਹ ਬੰਦਗੀ ਨਾਮੇ ਦੀ ਭੇਟਾ ਚੜਾਈ, ਕਿਉਂਕਿ ਇਹ ਮਰਿਆਦਾ ਸੀ। ਤਖਤ ਸਾਹਿਬ ਦੇ ਉੱਪਰ ਵੀ ਮਰਿਆਦਾ ਏ ਕਿ ਜਿਹੜਾ ਵੀ ਚੱਲ ਕੇ ਆਵੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਭੇਟਾ ਚੜਾ ਕੇ ਤੇ ਅਰਦਾਸ ਕਰਾਵੇ। ਪੁਰਾਣਿਆਂ ਸਿੱਖਾਂ ਦੇ ਵਿੱਚ ਇਹ ਮਰਿਆਦਾ ਹੁੰਦੀ ਸੀ। ਗੁਰੂ ਖਾਲਸਾ ਜੀ, ਸਿੱਖ ਦੇ ਕੋਲ ਕੁਝ ਵੀ ਨਾ ਹੋਣਾ ਤੇ ਸਿੱਖ ਨੇ ਦਾਤਨ ਰੱਖ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾ ਲੈਣੀ। ਇਹ ਮਰਿਆਦਾ ਸੀ ਪੁਰਾਤਨ ਗੁਰੂ ਕਿਆਂ ਸਿੱਖਾਂ ਦੇ ਵਿੱਚ। ਅਸੀਂ ਇਹ ਮਰਿਆਦਾ ਨੂੰ ਛੱਡ ਬੈਠੇ ਹਾਂ। ਇਹ ਮਰਿਆਦਾ ਸੱਚਖੰਡ ਸਾਹਿਬ ਵਿਖੇ ਕਾਇਮ ਰਹਿ ਗਈ ਹੈ, ਹੋਰਨਾਂ ਥਾਵਾਂ ਤੇ ਇਹ ਮਰਿਆਦਾ ਗੁਪਤ ਹੋ ਗਈ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਚਰਨਾਂ ਕਮਲਾਂ ਦੇ ਵਿੱਚ ਬੰਦਗੀ ਨਾਮਾ ਰੱਖਿਆ ਹੈ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਬੰਦਗੀ ਨਾਮਾ ਪਕੜਿਆ ਹੈ ਤੇ ਉਹਨੂੰ ਪੜ੍ਹਿਆ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਨੰਦ ਲਾਲਾ, ਲਿਖਿਆ ਤੇ ਕਾਬਲੇ ਤਾਰੀਫ ਹੀ, ਪਰ ਤੈਨੂੰ ਨਾਮ ਨਹੀਂ ਰੱਖਣਾ ਆਇਆ। ਤੇ ਭਾਈ ਨੰਦ ਲਾਲ ਸਾਹਿਬ ਨੇ ਮਨ ਵਿੱਚ ਜਰਾ ਕੋਈ ਮਾਣ ਨਹੀਂ ਕੀਤਾ ਵੀ ਏਡਾ ਵੱਡਾ ਮੈਂ ਗ੍ਰੰਥ ਲਿਖਿਆ ਏ ਤੇ ਨਾਮ ਮੈਂ ਕਿਵੇਂ ਗਲਤ ਰੱਖ ਦਿੱਤਾ। ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, हे ਸੱਚੇ ਪਾਤਸ਼ਾਹ, ਜੇ ਨਾਮ ਗਲਤ ਰੱਖਿਆ ਗਿਆ ਏ ਤੇ ਤੁਸੀਂ ਸਮਰੱਥ ਹੋ, ਆਪ ਕਿਰਪਾ ਕਰਕੇ ਠੀਕ ਕਰ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ, ਇਹਦਾ ਨਾਮ ਬੰਦਗੀ ਨਾਮਾ ਨਹੀਂ, ਇਹਦਾ ਨਾਮਾ ਜ਼ਿੰਦਗੀ ਨਾਮਾ ਹੈ। ਜਿਹੜਾ ਵੀ ਇਹਨੂੰ ਪੜ੍ਹੇਗਾ ਉਹ ਆਪਣੀ ਜ਼ਿੰਦਗੀ ਨੂੰ ਸਫਲਿਆਂ ਕਰ ਲੇਵੇਗਾ। ਗੁਰੂ ਖਾਲਸਾ ਜੀ ਮੌਲਵੀ ਅਤੀਕ ਅਹਿਮਦ, ਉਹਨਾਂ ਦੇ ਕੋਲੋਂ ਮੈਂ ਇਹ ਗ੍ਰੰਥ ਵਾਚਿਆ ਹੈ। ਉਹਨਾਂ ਨੇ ਇਹ ਗ੍ਰੰਥ ਪਹਿਲੀ ਵਾਰ ਹੀ ਪੜ੍ਹਿਆ ਤੇ ਮੈਨੂੰ ਪੜ੍ਹਾਇਆ ਤੇ ਮੈਨੂੰ ਕਹਿਣ ਲੱਗੇ, ਗਿਆਨੀ ਜੀ, ਮੈਂ ਤੁਹਾਡੇ ਕੋਲੋਂ ਕੋਈ ਭੇਟਾ ਮੰਗਾ ਤੇ ਦਿਓਗੇ?
ਤੇ ਮੈਂ ਮਨ ਵਿੱਚ ਸੋਚਿਆ ਵੀ ਆਪਾਂ ਤੇ ਗਰੀਬ ਐ, ਤੇ ਜੇ ਇਹਨਾਂ ਨੇ ਕੋਈ ਵੱਡੀ ਚੀਜ਼ ਮੰਗ ਲਈ ਤੇ ਖੌਰਿਆ ਮੈਂ ਦੇ ਹੀ ਨਾ ਸਕਾਂ। ਮੈਂ ਕਿਹਾ ਜੀ ਸਮਰੱਥਾ ਹੋਈ ਤੇ ਜ਼ਰੂਰ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਾਂਗੇ। ਉਹ ਕਹਿਣ ਲੱਗੇ ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਕੱਪੜੇ ਨਹੀਂ ਚਾਹੀਦੇ, ਮੈਨੂੰ ਪਦਾਰਥ ਨਹੀਂ ਚਾਹੀਦੇ, ਮੈਨੂੰ ਆਹ ਜ਼ਿੰਦਗੀ ਨਾਮਾ ਚਾਹੀਦਾ ਹੈ। ਇਹਦੀ ਫੋਟੋ ਕਾਪੀ ਕਰਾ ਕੇ ਜਾਂ ਨਵਾਂ ਗ੍ਰੰਥ ਮੈਨੂੰ ਲਿਆ ਦਿਓ। ਮੈਂ ਪਾਕੇ ਕੁਰਾਨ ਸ਼ਰੀਫ ਨੂੰ ਵੀ ਪੜ੍ਹ ਕੇ ਵੇਖਿਆ ਏ, ਮੈਂ ਅੰਜੀਲ ਵੀ ਪੜ੍ਹ ਕੇ ਵੇਖਿਆ ਏ, ਮੈਂ ਹਕੀਕਤ ਵੀ ਪੜ੍ਹ ਕੇ ਵੇਖੀ ਹੈ, ਮੈਂ ਤਰੀਕਤ ਨੂੰ ਵੀ ਵਾਚਿਆ ਏ, ਮੈਂ ਮਾਰਫਤ ਵੀ ਪੜ੍ਹੀ ਹੈ। ਜਿਹੜਾ ਆਨੰਦ ਮੈਨੂੰ ਜ਼ਿੰਦਗੀ ਨਾਮੇ ਵਿੱਚੋਂ ਪ੍ਰਾਪਤ ਹੋਇਆ ਏ ਨਾ, ਮੈਨੂੰ ਇਸਲਾਮੀ ਪੁਸਤਕਾਂ ਦੇ ਵਿੱਚੋਂ ਨਹੀਂ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕਹਿੰਦੇ ਮੈਂ ਰੋਜ਼ ਇਹਨੂੰ ਪੜ੍ਹਿਆ ਕਰਨਾ ਹੈ, ਰੋਜ਼ ਇਹਨੂੰ ਵਿਚਾਰਿਆ ਕਰਨਾ ਹੈ। ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਧੰਨ ਨੇ ਉਹਨਾਂ ਦੇ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ। ਨੰਦ ਲਾਲ ਜੀ ਨੂੰ ਕਿਹਾ, ਨੰਦ ਲਾਲਾ ਤੇਰੀ ਗੁਰਬਾਣੀ ਪੜ੍ਹਨ ਦਾ ਮਹਾਤਮ ਮੇਰੀ ਗੁਰਬਾਣੀ ਦੇ ਤੁਲ ਹੈ। ਜਿਹੜਾ ਤੇਰੀ ਗੁਰਬਾਣੀ ਪੜ੍ਹੇਗਾ ਉਹਨੂੰ ਮਹਾਤਮ ਮੇਰੀ ਗੁਰਬਾਣੀ ਪੜ੍ਹਨ ਦੇ ਬਰਾਬਰ ਪ੍ਰਾਪਤ ਹੋਵੇਗਾ। ਨੰਦ ਲਾਲ ਜੀ ਇਹ ਫਾਰਸੀ ਦੇ ਅਲਫਾਜ਼ ਹਨ, ਆਮ ਗੁਰੂ ਕਿਆਂ ਸਿੱਖਾਂ ਦੇ ਸਮਝ ਵਿੱਚ ਨਹੀਂ ਆਉਣੇ, ਇਹ ਪੜ੍ਹਾਇਆ ਕਰੋ। ਪਹਿਲੀ ਟਕਸਾਲ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਮਹਾਰਾਜ ਕਲਗੀਧਰ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਾਇਮ ਕੀਤੀ। ਪਹਿਲੇ ਵਿਦਿਆਰਥੀ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਲੱਗੇ, ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਲੱਗੇ ਕਿ ਆਪ ਜੀ ਆਪਣਾ ਇਹ ਜ਼ਿੰਦਗੀ ਨਾਮਾ ਪੜ੍ਹਾਇਆ ਕਰੋ। ਭਾਈ ਮਣੀ ਸਿੰਘ ਸਾਹਿਬ ਜੀ ਤੋਂ ਅੱਗੇ ਗੁਰੂ ਖਾਲਸਾ ਜੀ ਇਹ ਜ਼ਿੰਦਗੀ ਨਾਮਾ ਪਠਨ ਪਾਠਨ ਦੀ ਰਵਾਇਤ ਗੁਰੂ ਕੇ ਪੰਥ ਖਾਲਸੇ ਵਿੱਚ ਕਾਇਮ ਹੋਈ। ਭਾਈ ਨੰਦ ਲਾਲ ਸਾਹਿਬ ਜੀ ਨੇ ਹੱਥ ਜੋੜੇ ਤੇ ਕਹਿਣ ਲੱਗੇ, ਕਲਗੀਧਰ ਪਾਤਸ਼ਾਹ ਜੀ ਕੋਈ ਪਾਵਨ ਹਜ਼ੂਰੀ ਦੇ ਵਿੱਚ ਸੇਵਾ ਵੀ ਬਖਸ਼ੋ। ਤੇ ਭਾਈ ਨੰਦ ਲਾਲ ਜੀ ਦੇ ਮਨ ਵਿੱਚ ਤੁੱਛ ਜਿਹਾ ਮਾਨ ਹੰਕਾਰ ਸੀ, ਕਿਉਂਕਿ ਜਿਹੜਾ ਵਿਦਵਾਨ ਹੋਵੇ ਨਾ, ਜਿਹਦੇ ਕੋਲ ਗੁਣ ਹੋਵੇ, ਉਹਦੇ ਵਿੱਚ ਮਾੜਾ ਮੋਟਾ ਹੰਕਾਰ ਤੇ ਸੁਭਾਵਕ ਹੀ ਹੈ। ਬਾਣੀ ਵਿੱਚ ਲਿਖਿਆ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਰ ਗਰਭ ਕਰੰਤ। ਜਿਹੜੇ ਗੁਣ ਤੋਂ ਬਿਨਾ ਹੰਕਾਰ ਕਰਦੇ ਨੇ ਉਹ ਗਧੇ ਨੇ। ਹੰਕਾਰ ਤੇ ਮਾੜਾ ਏ, ਗੁਣ ਦਾ ਵੀ ਨਹੀਂ ਕਰਨਾ ਚਾਹੀਦਾ। ਭਾਈ ਨੰਦ ਲਾਲ ਸਾਹਿਬ ਜੀ ਦੇ ਮਨ ਵਿੱਚ ਤੁੱਛ ਜਿਹਾ ਹੰਕਾਰ ਸੀ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਨੰਦ ਲਾਲ ਜੀ ਲੰਗਰ ਦੇ ਵਿੱਚ ਬਰਤਨ ਮਾਂਜਿਆ ਕਰੋ। ਤੇ ਮਨ ਵਿੱਚ ਸੋਚਿਆ ਵੀ ਮੈਂ ਤੇ ਸੁਣਿਆ ਸੀ ਵੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਰੇਕ ਦੇ ਕਦਰਦਾਨ ਨੇ। ਜਿਹੜਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਚੱਲ ਕੇ ਆਉਂਦਾ ਏ, ਮਹਾਰਾਜ ਉਹਦੀ ਕਦਰ ਕਰਦੇ ਨੇ, ਉਹਨੂੰ ਗਲੇ ਨਾਲ ਲਾਉਂਦੇ ਨੇ। ਮੈਂ ਏਡਾ ਵੱਡਾ ਵਿਦਵਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੇਰੀ ਕਦਰ ਹੀ ਕੋਈ ਨਹੀਂ ਕੀਤੀ। ਇਹ ਮਨ ਵਿੱਚ ਮਾਣ ਜਿਹਾ ਆ ਗਿਆ। ਇੱਕ ਪਾਸੇ ਮੌਤ ਦੀਦੀ ਸੀ, ਇੱਕ ਪਾਸੇ ਬਰਤਨ ਸਨ। ਭਾਈ ਨੰਦ ਲਾਲ ਸਾਹਿਬ ਜੀ ਨੇ ਬਰਤਨਾਂ ਦੀ ਸੇਵਾ ਚੁਣੀ, ਲੰਗਰ ਵਿੱਚ ਗਏ ਤੇ ਬਰਤਨ ਮਾਂਜਣ ਲੱਗੇ। ਤੇ ਮਨ ਵਿੱਚ ਸੋਚਦੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੈਨੂੰ ਵਜ਼ੀਰੇ ਆਜ਼ਮ ਰੱਖਣਾ ਚਾਹੀਦਾ ਸੀ, ਮੈਨੂੰ ਦੀਵਾਨੇ ਗੋਇਆ ਬਣਾਉਣਾ ਚਾਹੀਦਾ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੈਨੂੰ ਲੰਗਰ ਦੇ ਵਿੱਚ ਭਾਂਡੇ ਮਾਂਜਣ ਦੀ ਸੇਵਾ ਲਾ ਦਿੱਤੀ ਹੈ। ਖੈਰ ਭਾਂਡੇ ਮਾਂਜਦੇ ਨੇ, ਬਰਤਨ ਮਾਂਜਦਿਆਂ ਮਾਂਜਦਿਆਂ ਭਾਈ ਨੰਦ ਲਾਲ ਸਾਹਿਬ ਜੀ ਦਾ ਆਖਰ ਮਨ ਮਾਂਜਿਆ ਗਿਆ। ਤੇ ਜਿੱਦਣ ਮਨ ਮਾਂਜਿਆ ਗਿਆ, ਉਦਣ ਭਾਈ ਨੰਦ ਲਾਲ ਸਾਹਿਬ ਜੀ ਦੇ ਦਿਲੋਂ ਦਿਮਾਗ ਤੋਂ ਇੱਕ ਕੂਕ ਨਿਕਲੀ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਨਾਲੇ ਬਰਤਨ ਮਾਂਜਦੇ ਨੇ ਤੇ ਨਾਲੇ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਨਾਸਰੋ ਕਹਿੰਦੇ ਨੇ ਸ਼ਾਹੂਕਾਰ ਨੂੰ, ਤੇ ਮਨਸੂਰ ਕਹਿੰਦੇ ਨੇ ਜਿਹੜਾ ਸ਼ਾਹੂਕਾਰ ਦੇ ਕੋਲੋਂ ਜਾ ਕੇ ਕਰਜ਼ ਮੰਗਦਾ ਏ। ਅੱਜ ਮੈਨੂੰ ਸ਼ਾਹੂਕਾਰ ਦੇ ਵਿੱਚ ਵੀ ਤੂੰ ਦਿਖਾਈ ਦਿੰਦਾ ਪਿਆ ਏ। ਅੱਜ ਮੈਂ ਜੇ ਕੰਗਾਲ ਵੱਲ ਨਿਗਾਹ ਮਾਰਦਾ ਏ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੀ ਹੀ ਸੂਰਤ ਮੈਨੂੰ ਦਿਖਾਈ ਦਿੰਦੀ ਪਈ ਹੈ। ਗੁਰੂ ਖਾਲਸਾ ਜੀ ਭਾਈ ਨੰਦ ਲਾਲ ਸਾਹਿਬ ਜੀ ਇੱਕ ਐਸੇ ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਨੇ ਜਰਰੇ ਜਰਰੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਕੇ ਦੀਦਾਰ ਕੀਤਾ ਹੈ। ਇਹ ਬਖਸ਼ਿਸ਼ਾਂ ਬਹੁਤ ਜ਼ਿਆਦਿਆਂ ਨੂੰ ਪ੍ਰਾਪਤ ਹੋਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਵਿੱਚੋਂ, ਪਰ ਇਤਿਹਾਸ ਵਿੱਚ 3 ਗੁਰੂ ਕੇ ਸਿੱਖਾਂ ਦਾ ਨਾਮ ਜ਼ਿਆਦਾ ਚਮਕ ਕੇ ਆਇਆ ਹੈ। ਇੱਕ ਭਾਈ ਨੰਦ ਲਾਲ ਸਾਹਿਬ ਜੀ, ਦੂਜੇ ਭਾਈ ਕਨਈਆ ਜੀ ਤੇ ਤੀਜੇ ਭਾਈ ਜੱਗਾ ਜੀ। ਇਹਨਾਂ 3 ਗੁਰੂ ਕੇ ਸਿੱਖਾਂ ਨੇ ਵੈਰੀ ਮਿੱਤਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਕੇ ਦੀਦਾਰ ਕੀਤਾ ਹੈ। ਭਾਈ ਕਨਈਆ ਜੀ ਨੇ ਜਿੱਥੇ ਗੁਰੂ ਕੇ ਸਿੱਖਾਂ ਨੂੰ ਜੰਗ ਦੇ ਮੈਦਾਨ ਵਿੱਚ ਜਲ ਛਕਾਇਆ, ਉੱਥੇ ਉਹਨਾਂ ਨੇ ਵੈਰੀਆਂ ਦੇ ਮੂੰਹ ਨੂੰ ਵੀ ਜਲ ਲਾਇਆ, ਵੈਰੀਆਂ ਦੇ ਵੀ ਮਲਮ ਪੱਟੀ ਕੀਤੀ। ਇੱਕ ਭਾਈ ਜੱਗਾ ਸਿੰਘ ਜੀ ਹੋਏ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਭਾਈ ਜੱਗਾ ਸਿੰਘ ਜੀ ਦੇ ਨਾਲ ਬੜਾ ਪਿਆਰ ਸੀ। ਜਦੋਂ ਭਾਈ ਜੱਗਾ ਸਿੰਘ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਦੇਖਦੇ, ਗਲ ਨਾਲ ਲਾ ਲੈਂਦੇ ਤੇ ਨਵਾਜਦੇ। ਜਿਹੜੇ ਮੇਰੇ ਵਰਗੇ ਕੜਮ ਚੌਧਰੀ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ 'ਚ ਰਹਿੰਦੇ, ਉਹਨਾਂ ਨੇ ਦੇਖਿਆ ਵੀ ਇਹਦਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਜ਼ਿਆਦਾ ਵੱਧਦਾ ਜਾਂਦਾ ਹੈ। ਹੋਵੇ ਨਾ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨੇੜੇ ਲੱਗ ਜਾਵੇ ਕਿ ਸਾਡਾ ਮਾਣ ਸਤਿਕਾਰ ਸਤਿਗੁਰੂ ਸਾਹਿਬ ਜੀ ਦੀ ਸਭਾ ਵਿੱਚੋਂ ਕਿਤੇ ਘਟ ਹੀ ਨਾ ਜਾਵੇ। ਉਹ ਕਹਿਣ ਲੱਗੇ, ਜੱਗਾ ਸਿੰਘ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਨਹੀਂ ਆਉਣਾ, ਆ ਕੇ ਚੌਰ ਦੀ ਸੇਵਾ ਨਹੀਂ ਕਰਨੀ, ਲੰਗਰ ਵਿੱਚ ਜਾ ਕਰਕੇ ਆਟਾ ਗੁੰਨਿਆ ਕਰ। ਹੁਣ ਜਿਹੜਾ ਸੇਵਕ ਹੁੰਦਾ ਹੈ ਨਾ, ਉਹਦੇ ਬਾਬਤ ਬਾਣੀ ਵਿੱਚ ਬਚਨ ਨੇ, ਸੇਵਕ ਕਹੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਜਿਹੜਾ ਸੇਵਕ ਹੁੰਦਾ ਏ ਉਹਨੇ ਸੇਵਾ ਕਰਨੀ ਹੁੰਦੀ ਹੈ। ਇੱਥੇ ਨਹੀਂ ਤੇ ਬਾਹਰ ਕਰ ਲਵੇਗਾ, ਬਾਹਰ ਨਹੀਂ ਤੇ ਅੰਦਰ ਕਰ ਲਵੇਗਾ। ਉਹਨੇ ਮਹਾਰਾਜ ਦੀ ਖੁਸ਼ੀ ਲੈਣੀ ਹੁੰਦੀ ਹੈ। ਉਹਨੂੰ ਇਹ ਨਹੀਂ ਹੁੰਦਾ ਵੀ ਮੈਂ ਗੁਰਾਂ ਦੇ ਸਾਹਮਣੇ ਰਵਾਂ ਜਾਂ ਗੁਰਾਂ ਦੇ ਦੂਰ ਰਵਾਂ। ਉਹਨੂੰ ਸੇਵਾ ਦੀ ਮਸਤੀ ਚੜੀ ਹੁੰਦੀ ਹੈ। ਭਾਈ ਜੱਗਾ ਸਿੰਘ ਜੀ ਲੰਗਰ ਵਿੱਚ ਗਏ ਤੇ ਲੰਗਰ ਵਿੱਚ ਜਾ ਕੇ ਆਟੇ ਦੀ ਸੇਵਾ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 2 ਦਿਨ ਵੇਖਿਆ, 3 ਦਿਨ ਵੇਖਿਆ ਵੀ ਮੇਰਾ ਪਿਆਰਾ ਭਾਈ ਜੱਗਾ ਸਿੰਘ ਨਹੀਂ ਆਇਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਗਰ ਨੂੰ ਚਲੇ ਗਏ ਵੀ ਜੱਗਾ ਸਿੰਘ ਨੂੰ ਉੱਥੇ ਹੀ ਮਿਲੇ ਆਉਣੇ ਆ। ਮਹਾਰਾਜ ਕਹਿਣ ਲੱਗੇ, ਜੱਗਾ ਸਿੰਘ ਛਾਤੀ ਦੇ ਨਾਲ ਲੱਗ, ਤੈਨੂੰ ਵੇਖੇ ਨੂੰ ਚਿਰ ਹੋ ਗਿਆ ਏ। ਉਹ ਕਹਿਣ ਲੱਗਾ, ਮਹਾਰਾਜ ਮੈਂ ਲੰਗਰ 'ਚ ਸੇਵਾ ਕਰਦਾ ਏ, ਜਿਹੜੇ ਮੇਰੇ ਬਸਤਰ ਨੇ ਕੱਪੜੇ ਨੇ ਲਿਬੜੇ ਹੋਏ ਨੇ। ਮਹਾਰਾਜ ਕਹਿਣ ਲੱਗੇ, ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਕੋਈ ਨਹੀਂ ਹੁੰਦਾ, ਆ ਜਾ ਗਲੇ ਨਾ ਲੱਗ ਜਾ। ਮੇਰੇ ਵਰਗੇ ਕੜਮ ਚੌਧਰੀਆਂ ਨੇ ਵਿਚਾਰਿਆ ਵੀ ਸੱਚੇ ਪਾਤਸ਼ਾਹ ਜੀ ਤੇ ਲੰਗਰ ਵੀ ਪਹੁੰਚ ਗਏ। ਕਹਿਣ ਲੱਗੇ, ਜੱਗਾ ਸਿੰਘ ਤੂੰ ਲੰਗਰ 'ਚ ਸੇਵਾ ਨਹੀਂ ਕਰਨੀ, ਘੋੜਿਆਂ ਦੇ ਤਬੇਲੇ ਵਿੱਚ ਜਾ ਕੇ ਲਦੜਾ ਢਾਇਆ ਕਰ। ਕਿ ਦੂਰ ਸੇਵਾ ਕਰੇਗਾ ਤੇ ਮਹਾਰਾਜ ਸਾਹਿਬ ਜੀ ਦਾ ਖਿਆਲ ਉਹਦੇ ਵੱਲ ਨਹੀਂ ਜਾਵੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਘਟਾਂ ਘਟਾਂਤਰਾਂ ਦੀ ਜਾਣਨ ਵਾਲੇ ਮੇਰੇ ਮਾਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਬੇਲੇ ਵਿੱਚ ਪਹੁੰਚ ਗਏ ਨੇ। ਜੱਗਾ ਸਿੰਘ ਘੋੜਿਆਂ ਦੀ ਸੇਵਾ ਕਰਦਾ ਪਿਆ ਹੈ, ਲਦਾੜਾ ਹਟਾਉਂਦਾ ਪਿਆ ਏ। ਮਹਾਰਾਜ ਨੇ ਗਲੇ ਨਾਲ ਲਾਇਆ ਤੇ ਜਿਹੜੇ ਕੜਮ ਚੌਧਰੀ ਸਨ ਉਹਨਾਂ ਨੇ ਇਹ ਵਿਚਾਰ ਕੀਤੀ ਵੀ ਇਹ ਜੱਗਾ ਸਿੰਘ ਨੇ ਏਦਾਂ ਬਾਜ ਨਹੀਂ ਆਉਣਾ, ਇਹਦੀ ਸੇਵਾ ਕਰਨੀ ਪੈਣੀ ਹੈ। ਉਹਨਾਂ ਨੇ ਗੁਰੂ ਖਾਲਸਾ ਜੀ ਡਾਂਗਾਂ ਲੈ ਕੇ ਜਿਵੇਂ ਵੀ ਉਹਨਾਂ ਦਾ ਬਲ ਪਿਆ ਭਾਈ ਜੱਗਾ ਸਿੰਘ ਨੂੰ ਬਹੁਤ ਮਾਰਿਆ ਕੁੱਟਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਖਬਰ ਹੋਈ, ਮਹਾਰਾਜ ਸਾਹਿਬ ਜੀ ਭਾਈ ਜੱਗਾ ਸਿੰਘ ਜੀ ਦੇ ਕੋਲ ਪਹੁੰਚ ਗਏ ਨੇ। ਭਾਈ ਜੱਗਾ ਸਿੰਘ ਜੀ ਬੇਹਾਲ ਹੋਏ ਨੇ, ਸਰੀਰ ਦੇ ਉੱਪਰ ਜ਼ਖਮ ਨੇ, ਸੱਟਾਂ ਲੱਗੀਆਂ ਹੋਈਆਂ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਪੁੱਛਦੇ ਨੇ, ਜੱਗਾ ਸਿੰਘ ਤੈਨੂੰ ਕਿਹਨੇ ਮਾਰਿਆ? ਤੇ ਭਾਈ ਜੱਗਾ ਸਿੰਘ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਨੂੰ ਕਿਸੇ ਨੇ ਨਹੀਂ ਮਾਰਿਆ। ਮਹਾਰਾਜ ਪੁੱਛਦੇ ਨੇ, ਜੱਗਾ ਸਿੰਘ ਤੈਨੂੰ ਕਿਹਨੇ ਮਾਰਿਆ ਏ? ਬਾਰ-ਬਾਰ ਮਹਾਰਾਜ ਕਲਗੀਧਰ ਜੀ ਸਵਾਲ ਕਰਦੇ ਨੇ ਤੇ ਬਾਰ-ਬਾਰ ਭਾਈ ਜੱਗਾ ਸਿੰਘ ਜੀ ਉੱਤਰ ਦਿੰਦੇ ਨੇ,
ਮਹਾਰਾਜ ਮੈਨੂੰ ਕਿਸੇ ਨੇ ਨਹੀਂ ਮਾਰਿਆ। ਆਖਰ ਮਹਾਰਾਜ ਕਲਗੀਧਰ ਜੀ ਕਹਿਣ ਲੱਗੇ ਤੈਨੂੰ ਦੱਸਣਾ ਪੈਣਾ ਹੈ ਵੀ ਤੈਨੂੰ ਕਿਹਨੇ ਮਾਰਿਆ। ਤੇ ਜੱਗਾ ਸਿੰਘ ਨੇ ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ, ਕਹਿਣ ਲੱਗਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਜੇ ਮੈਂ ਤੁਹਾਨੂੰ ਦੱਸ ਦੇਵਾਂ ਤੇ ਮੇਰੀ ਇੱਕ ਬੇਨਤੀ ਤੁਹਾਨੂੰ ਮੰਨਣੀ ਪਵੇਗੀ। ਮਹਾਰਾਜ ਕਲਗੀਧਰ ਕਹਿਣ ਲੱਗੇ ਜੱਗਾ ਸਿੰਘ, ਤੇਰੀ ਇੱਕ ਬੇਨਤੀ ਨਹੀਂ, ਹਜ਼ਾਰਾਂ ਬੇਨਤੀਆਂ ਮੰਨਣ ਨੂੰ ਤਿਆਰ ਹੈ, ਤੂੰ ਦੱਸ ਤੈਨੂੰ ਕਿਹਨੇ ਮਾਰਿਆ ਏ। ਤੇ ਭਾਈ ਜੱਗਾ ਸਿੰਘ ਜੀ ਨੇ ਗਲ ਪੱਲੂ ਪਾਇਆ ਤੇ ਹੱਥ ਜੋੜੇ ਤੇ ਕਹਿਣ ਲੱਗੇ ਮਹਾਰਾਜ ਕਲਗੀਧਰ ਜੀ, ਮੈਨੂੰ ਆਪ ਜੀ ਨੇ ਮਾਰਿਆ ਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਮੈਨੂੰ ਮਾਰਨ ਆਏ ਸੀ ਉਹਨਾਂ ਵਿੱਚ ਤੁਸੀਂ ਹੀ ਦਿਖਾਈ ਦਿੰਦੇ ਸੀ, ਮੈਨੂੰ ਦੂਜਾ ਤੇ ਕੋਈ ਦਿਖਾਈ ਦਿੰਦਾ ਹੀ ਨਹੀਂ ਸੀ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ, ਧੰਨ ਭਾਈ ਜੱਗਾ ਸਿੰਘ, ਧੰਨ ਤੇਰੀ ਸਿੱਖੀ, ਤੈਨੂੰ ਮਾਰਨ ਆਏ ਤੇ ਉਹਨਾਂ ਵਿੱਚ ਤੂੰ ਮੇਰਾ ਰੂਪ ਵੇਖਿਆ, ਜਿਹੜੇ ਤੈਨੂੰ ਮਾਰਨ ਆਏ ਉਹਨਾਂ ਨੂੰ ਤੇਰੇ ਵਿੱਚ ਮੇਰਾ ਰੂਪ ਨਹੀਂ ਦਿਸਿਆ। ਧੰਨ ਹੈ ਤੂੰ, ਧੰਨ ਹੈ ਤੇਰੀ ਸਿੱਖੀ। ਐਸੀ ਅਵਸਥਾ ਭਾਈ ਜੱਗਾ ਸਿੰਘ ਜੀ ਨੂੰ ਪ੍ਰਾਪਤ ਹੋਈ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਚਨ ਨੇ, ਸਭੈ ਕਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਉਹਨਾਂ ਨੂੰ ਜਰਰੇ ਜਰਰੇ ਵਿੱਚ ਆਪਣੇ ਮਾਹੀ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਭਾਈ ਨੰਦ ਲਾਲ ਨੂੰ ਇਹ ਅਵਸਥਾ ਬਰਤਨਾਂ ਦੀ ਸੇਵਾ ਵਿੱਚੋਂ ਪ੍ਰਾਪਤ ਹੋਈ। ਕਹਿਣ ਲੱਗੇ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਅੱਜ ਮੈਨੂੰ ਸ਼ਾਹੂਕਾਰ ਦੇ ਵਿੱਚ ਵੀ ਤੇ ਕੰਗਾਲ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਹੀ ਮੁਖੜਾ ਦਿਖਾਈ ਦਿੰਦਾ ਹੈ। ਰੱਬ ਦੀ ਦਰਗਾਹ ਦੇ ਵਿੱਚ ਤੁਸੀਂ ਮਕਬੂਲ ਹੋਏ ਹੋ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੈਂ ਭੁੱਲ ਗਿਆ, ਮੈਂ ਤੁਹਾਡੇ ਕਿਰਦਾਰ ਦੇ ਉੱਪਰ, ਤੁਹਾਡੇ ਕਰੈਕਟਰ ਦੇ ਉੱਪਰ, ਤੁਹਾਡੀ ਸ਼ਖਸੀਅਤ ਦੇ ਉੱਪਰ, ਤੁਹਾਡੀ ਅਜ਼ਮਤ ਦੇ ਉੱਪਰ ਸ਼ੰਕਾ ਕਰ ਬੈਠਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨੂੰ ਮੇਰੀ ਕਦਰ ਹੀ ਕੋਈ ਨਹੀਂ ਹੈ। ਮਹਾਰਾਜ ਕਦਰਦਾਨਾਂ ਦੇ ਆਪ ਜੀ ਕਦਰਦਾਨ ਹੋ। ਮੇਰੇ ਮਨ ਦਾ ਹੰਕਾਰ ਗਵਾਉਣ ਵਾਸਤੇ ਮੈਨੂੰ ਬਰਤਨਾਂ ਦੀ ਸੇਵਾ ਬਖਸ਼ ਕੇ ਆਪ ਨੇ ਨਿਹਾਲ ਕੀਤਾ ਹੈ। ਕਾਦਰੇ ਹਰ ਕਾਰ, ਹਰੇਕ ਕੰਮ ਦੇ ਤੁਸੀਂ ਕਦਰਦਾਨ ਹੋ। ਤੁਹਾਡੇ ਕੋਈ ਸਿਪਾਹੀ ਆਉਂਦਾ ਏ, ਆਪ ਸਿਪਾਹੀ ਨੂੰ ਨਵਾਜਦੇ ਹੋ। ਵਿਦਵਾਨ ਆਉਂਦਾ ਏ, ਵਿਦਵਾਨ ਦੀ ਕਦਰ ਕਰਦੇ ਹੋ। ਤੁਹਾਡੇ ਕੋਲ ਕਵੀ ਆਉਂਦਾ ਏ, ਕਵੀ ਦੀ ਕਦਰ ਕਰਦੇ ਹੋ। ਕਿਸੇ ਵੀ ਕਿੱਤੇ, ਕਿਸੇ ਵੀ ਖਿੱਤੇ ਦਾ ਵਿਦਵਾਨ ਜਾਂ ਆਦਮੀ ਜੋ ਵੀ ਤੁਹਾਡੀ ਸ਼ਰਨ ਵਿੱਚ ਆਉਂਦਾ ਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਉਹਦੀ ਕਦਰ ਕਰਦੇ ਹੋਏ ਉਹਨੂੰ ਗਲੇ ਨਾਲ ਲਾਉਂਦੇ ਹੋ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਰਬਾਰ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਜਿਹੜਾ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ ਏ, ਮਹਾਰਾਜ ਉਹਨੂੰ ਆਪਣੇ ਗਲੇ ਨਾਲ ਲਾਉਂਦੇ ਨੇ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਕਸਾ ਦਾ ਅਰਥ ਹੁੰਦਾ ਏ ਕੋਈ, ਬੇ ਦਾ ਅਰਥ ਹੁੰਦਾ ਏ ਨਾ। ਦੁਨੀਆ ਦੇ ਉੱਪਰ ਜਿਹਦਾ ਕੋਈ ਵੀ ਸਹਾਰਾ ਨਾ ਹੋਵੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਦੇ ਤੁਸੀਂ ਯਾਰ ਹੋ। ਲੰਮੀਆਂ ਬਾਹਾਂ ਕਰਕੇ ਉਹਨੂੰ ਮਿਲਦੇ ਹੋ। ਤੁਲਸੀਦਾਸ ਨੇ ਬੜੇ ਸੋਹਣੇ ਬੋਲ ਲਿਖੇ ਨੇ, ਮਾਇਆ ਕੋ ਮਾਇਆ ਮਿਲੇ ਕਰ ਕਰ ਲੰਮੇ ਹਾਥ, ਤੁਲਸੀਦਾਸ ਗਰੀਬ ਦੀ ਕੋਈ ਨਾ ਪੁੱਛੇ ਬਾਤ। ਮਾਇਆਵਾਨਾਂ ਨੂੰ ਤੇ ਸਾਰੇ ਪੁੱਛਦੇ ਨੇ, ਗਰੀਬਾਂ ਨੂੰ ਕੋਈ ਨਹੀਂ ਜੇ ਪੁੱਛਦਾ। ਜੇ ਗਰੀਬਾਂ ਦੀ ਬਾਹ ਪਕੜਦੇ ਨੇ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਲਾਲ ਸਗੇ ਗੁਲਾਮੇ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮੇ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਚੇ ਆਸਨ ਤੇ ਸਿੰਘਾਸਨ ਤੇ ਵਿਰਾਜਮਾਨ ਸਨ। ਪ੍ਰਸ਼ਾਦਾ ਛਕਦੇ ਪਏ ਨੇ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਕੂਕਰ ਬੈਠਾ ਹੋਇਆ ਹੈ ਤੇ ਇੱਕ ਪਾਸੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ
ਬੈਠੇ ਹੋਏ ਨੇ। ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ। ਫਿਰ ਹਜ਼ੂਰੀ ਵਿੱਚ ਬੈਠਾ ਹੋਇਆ ਕੂਕਰ ਵੇਖਿਆ ਤੇ ਮੁਖੋਂ ਕਿਹਾ, ਲਾਲ ਸਗੇ ਗੁਲਾਮੇ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮੇ ਗੁਰੂ ਗੋਬਿੰਦ ਸਿੰਘ। ਨੰਦ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦਾ ਕੂਕਰ ਹੈ। ਨੰਦ ਲਾਲ ਦੇ ਗਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦਾ ਤੌਕ ਪਟਾ ਪਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਮਹਾਰਾਜ ਨੇ ਇੱਕ ਬੁਰਕੀ ਤੋੜੀ, ਉਹ ਕੂਕਰ ਵੱਲ ਨੂੰ ਸੁੱਟ ਦਿੱਤੀ। ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਕਲਗੀਧਰ, ਇੱਕ ਬੁਰਕੀ ਮੈਨੂੰ ਵੀ ਬਖਸ਼ ਦਿਓ। ਮਹਾਰਾਜ ਨੇ ਸਿਰ ਫੇਰਿਆ, ਕਹਿਣ ਲੱਗੇ, ਨਹੀਂ ਨੰਦ ਲਾਲ, ਕੂਕਰ ਵਰਗੇ ਸਬਰੀ ਬਣੋ। ਕੂਕਰ ਨੇ ਮੰਗੀ ਨਹੀਂ, ਅਸਾਂ ਨੇ ਕਿਰਪਾ ਕਰਕੇ ਉਹਨੂੰ ਬਖਸ਼ੀ ਹੈ। ਜਦੋਂ ਆਪਾਂ ਸਬਰੀ ਬਣ ਜਾਂਦੇ ਆ ਨਾ, ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੀਆਂ ਝੋਲੀਆਂ ਭਰ ਦਿੰਦੇ ਹੈ। ਜਦੋਂ ਅਸੀਂ ਮੰਗਦੇ ਹਾਂ ਉਦੋਂ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਧਿਆਂ ਕਰਦੇ ਨੇ। ਪਹਿਲਾਂ ਸਬਰੀ ਬਣਾ ਕੇ ਫਿਰ ਆਪਣੇ ਸਿੱਖਾਂ ਨੂੰ ਦਾਤਾਂ ਬਖਸ਼ ਕੇ ਨਿਹਾਲ ਕਰਤਾਰਤ ਕਰਦੇ ਨੇ। ਭਾਈ ਨੰਦ ਲਾਲ ਸਾਹਿਬ ਜੀ ਨੇ ਬੋਲ ਕਹੇ, ਕਾਮਰਾ ਚੀਨੇ ਖਾਨੇ ਗੁਰੂ ਗੋਬਿੰਦ ਸਿੰਘ। ਨੰਦ ਲਾਲ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦੇ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਬਾਰਕ ਹੱਥਾਂ ਦੀ ਬੁਰਕੀ ਨਸੀਬ ਹੁੰਦੀ ਹੈ, ਤੈਨੂੰ ਤੇ ਅਜੇ ਉਹ ਬੁਰਕੀ ਵੀ ਨਸੀਬ ਨਹੀਂ ਹੋਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਭਾਈ ਨੰਦ ਲਾਲ ਸਾਹਿਬ ਜੀ, ਉਹਨਾਂ ਨਾਮ ਦੀ ਇੱਕ 78 ਮਾਲਾ ਉਚਾਰਨ ਕੀਤੀ। ਗੁਰੂ ਖਾਲਸਾ ਜੀ ਮਾਲਾ ਦੇ ਵਿੱਚ 108 ਮਣਕੇ ਹੁੰਦੇ ਨੇ। 2 ਮਣਕੇ ਉੱਪਰ ਹੁੰਦੇ ਸਨ ਪੁਰਾਣੀਆਂ ਮਾਲਾ ਵਿੱਚ, ਜਿਨ੍ਹਾਂ ਨੂੰ ਮੇਰੂ ਮਣਕੇ ਕਹਿੰਦੇ ਸਨ। ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਤੀਕ ਹੁੰਦਾ ਸੀ ਤੇ ਦੂਜਾ ਮਣਕਾ ਗੁਰੂ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਤੀਕ ਹੁੰਦਾ ਸੀ। ਗੁਰ ਗੋਬਿੰਦ ਏਕ ਘਰ ਜਾਨੋ, ਇਹ ਉਹਨਾਂ 2 ਮਣਕਿਆਂ ਦਾ ਮੰਤਵ ਹੁੰਦਾ ਸੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਤੁਤੀ ਦੇ ਵਿੱਚ ਗੁਰੂ ਖਾਲਸਾ ਜੀ 55 ਸ਼ੇਰ ਉਚਾਰਨ ਕੀਤੇ। ਇੱਕ ਸ਼ੇਰ ਵਿੱਚ 2 ਵਾਰ ਗੁਰੂ ਗੋਬਿੰਦ ਸਿੰਘ ਦਾ ਨਾਮ ਆਉਂਦਾ ਹੈ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਇੱਕ ਸ਼ੇਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 2 ਵਾਰ ਨਾਮ ਆਇਆ। 55 ਨੂੰ 55 ਨਾਲ ਜੋੜ ਦਿਓ, 110 ਬਣ ਜਾਂਦੇ ਨੇ। 2 ਮੇਰੂ ਤੇ 108 ਦੀ 78 ਮਾਲਾ। ਇਹਨੂੰ ਕਹਿੰਦੇ ਨੇ ਦਸ਼ਮੇਸ਼ ਮਹਿਮਾ। ਪੁਰਾਣੇ ਗੁਰੂ ਕੇ ਸਿੱਖ ਨਿਤਨੇਮ ਕਰਦੇ ਹੁੰਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦੀ 78 ਮਾਲਾ ਜਪਦੇ ਹੁੰਦੇ ਸਨ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਤੁਤੀ ਦੇ ਵਿੱਚ 7 ਗ੍ਰੰਥ ਲਿਖੇ ਨੇ, ਜਿਹੜੇ ਛਾਪੇ ਵਿੱਚ ਨੇ। 3 ਗ੍ਰੰਥ ਗੁਰੂ ਖਾਲਸਾ ਜੀ ਅਜੇ ਹੱਥ ਲਿਖਤ ਪੋਥੀਆਂ ਦਾ ਹੀ ਸ਼ਿੰਗਾਰ ਨੇ, ਉਹ ਛਾਪੇ ਵਿੱਚ ਨਹੀਂ ਆਏ। ਭਾਈ ਨੰਦ ਲਾਲ ਸਾਹਿਬ ਜੀ ਦਾ ਜ਼ਿੰਦਗੀ ਨਾਮਾ ਪੜ੍ਹ ਕੇ ਵੇਖੋ, ਦੀਵਾਨੇ ਗੋਇਆ ਪੜ੍ਹ ਕੇ ਵੇਖੋ, ਗਜ਼ਲਾਂ ਤੇ ਰੁਬਾਈਆਂ, ਜੋਤ ਵਿਗਾਸ ਗੰਜਨਾਮਾ ਪੜ੍ਹ ਕੇ ਵੇਖੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਕੁੱਟ-ਕੁੱਟ ਕੇ ਇਹਨਾਂ ਗ੍ਰੰਥਾਂ ਦੇ ਵਿੱਚ ਭਰਿਆ ਹੋਇਆ ਹੈ। ਕਿਸੇ ਨੇ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ, ਨੰਦ ਲਾਲਾ, ਆ ਦੁਨੀਆ ਦੇ ਉੱਪਰ ਕੀ ਲੈਣ ਆਇਆ ਹੈ? ਇਹ ਜਨਮ ਕਿਉਂ ਧਾਰਿਆ ਈ? ਤੇ ਭਾਈ ਨੰਦ ਲਾਲ ਕਹਿਣ ਲੱਗੇ, ਹਵਾਏ ਬੰਦਗੀ ਆਵੁਰਦ ਦਰ ਵਜੂਦੇ ਮਰਾ, ਵਗਰ ਨਾ ਜ਼ੋ ਕੇ ਚੁਨੀ ਆਮਦਨ ਨਬੂਦੇ ਮਰਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਗ ਮੈਨੂੰ ਇਹ ਜਿਸਮਾਨੀ ਸਰੀਰ ਦੇ ਵਿੱਚ ਖਿੱਚ ਕੇ ਲਿਆਈ ਹੈ, ਨਹੀਂ ਤੇ ਮੈਂ ਦੁਨੀਆ ਦੇ ਉੱਪਰ ਆ ਕੇ ਕੀ ਲੈਣਾ ਸੀ। ਖੁਸ਼ਅਸਤ ਉਮਰ ਕੇ ਦਰ ਜਾਦੇ ਬੇਗੁਜ਼ਰਦ, ਵਰਨਾ ਚ ਹਾਸਿਲ ਅਸਤ ਅਜ਼ੀ ਗੁੰਬਦੇ ਕਬੂਦੇ ਮਰਾ। ਚੰਗੀ ਉਮਰ ਉਹ ਹੁੰਦੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਵਿੱਚ ਗੁਜ਼ਰੇ, ਨਹੀਂ ਤੇ ਨੀਲੇ ਅਸਮਾਨ ਦੇ ਹੇਠਾਂ ਜੀਣ ਦਾ ਫਾਇਦਾ ਕੀ ਹੈ। ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਨਹੀਂ ਪ੍ਰਾਪਤ, ਉਹ ਤੇ ਨੀਲੇ ਅਸਮਾਨ ਦੇ ਹੇਠਾਂ ਆਪਣਾ ਜੀਵਨ ਐਵੇਂ ਅਜਾਈ ਗਵਾਰਿਆ ਹੈ। ਉਹ ਜੀਂਦਾ ਤੇ ਮਰਿਆ ਇੱਕ ਬਰਾਬਰ ਹੈ, ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਯਾਦ ਪ੍ਰਾਪਤ ਨਹੀਂ ਹੈ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੀਆਂ ਵਡਿਆਈਆਂ ਭਾਈ ਨੰਦ ਲਾਲ ਸਾਹਿਬ ਜੀ ਤੋਂ ਸੁਣੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਰਬਾਰ ਕਿੱਡਾ ਉੱਚਾ ਤੇ ਸੁੱਚਾ ਹੈ। ਆਨੰਦਾਂ ਦੀ ਪੁਰੀ ਵਿੱਚ ਕਿਸੇ ਨੇ ਪੁੱਛਿਆ ਸੀ, ਨੰਦ ਲਾਲਾ ਬਹਾਦਰ ਸ਼ਾਹ ਦਾ ਦਰਬਾਰ ਛੱਡ ਕੇ ਆਇਆ ਏ, ਉੱਥੋਂ ਦੇ ਸ਼ਾਹੀ ਪਰਵਾਨੇ ਤਿਆਗ ਕੇ ਆਇਆ ਏ, ਇੱਥੇ ਭਾਂਡੇ ਮਾਂਜਦਾ ਪਿਆ ਏ, ਉਹ ਦਰਬਾਰ ਤੇ ਇਸ ਦਰਬਾਰ ਦੇ ਵਿੱਚ ਕੀ ਫਰਕ ਵੇਖਿਆ ਈ? ਤੇ ਨੰਦ ਲਾਲ ਸਾਹਿਬ ਨੇ ਕਿਹਾ ਸੀ, ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਰਾਜੇ ਮੈਂ ਮੰਗਤਿਆਂ ਵਾਂਗ ਮੰਗਦੇ ਹੋਏ ਵੇਖੇ ਹਨ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਦਰਬਾਰ ਇੱਥੋਂ ਦੇ ਮੰਗਤੇ ਮੈਂ ਰਾਜਿਆਂ ਦੇ ਵਾਂਗ ਬਖਸ਼ਿਸ਼ਾਂ ਵਰਤਾਉਂਦੇ ਹੋਏ ਵੇਖੇ ਨੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਬਾਰ ਹੈ। ਇਸ ਦਰਬਾਰ ਦੇ ਆਪਾਂ ਨੂੰ ਦਰਸ਼ਨ ਪ੍ਰਾਪਤ ਹੋ ਰਹੇ ਨੇ। ਗੌੜੀ ਰਾਗ ਦੇ ਵਿੱਚ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਗੌੜੀ ਗੁਰੂ ਖਾਲਸਾ ਜੀ 17 ਪ੍ਰਕਾਰ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਪੜ੍ਹੀਏ ਤੇ ਪੈਰ ਦੇ ਵਿੱਚ ਗੁਰੂ ਖਾਲਸਾ ਜੀ ਛੋਟੇ ਛੋਟੇ ਅੱਖਰ ਲਿਖੇ ਹੁੰਦੇ ਨੇ, ਏਕਾ ਦੂਆ 13 14 ਇਸ ਤਰੀਕੇ ਦੇ ਨਾਲ ਪੈਰ ਵਿੱਚ ਗੁਰੂ ਖਾਲਸਾ ਜੀ ਅੱਖਰ ਹੁੰਦੇ ਨੇ। ਉਹ ਗੌੜੀ ਦੀਆਂ ਕਿਸਮਾਂ ਹਨ। ਮਹਾਨ ਵਿਦਵਾਨ ਹੋਏ ਨੇ, ਉਹਨਾਂ ਨੇ ਇਹਨਾਂ ਜਿਹੜੇ ਅੱਖਰ ਆਉਂਦੇ ਨੇ ਗਿਣਤੀ ਦੇ, ਇਹਨਾਂ ਦੇ ਬਾਬਤ ਲਿਖਿਆ ਹੈ ਕਿ ਇਹ 6 ਮੰਜ਼ਲਾਂ ਦੇ ਸ਼ਬਦ ਨੇ। ਉਹਨਾਂ ਨੇ ਸ਼ਬਦਾਂ ਦੀ ਗਿਣਤੀ ਵੀ ਆਪਣੀ ਪੁਸਤਕ ਗੁਰਮਤਿ ਨਿਰਣੇ ਵਿੱਚ ਲਿਖੀ ਹੈ। ਇਹ ਪਹਿਲੀ ਮੰਜ਼ਲ ਦੇ ਸ਼ਬਦ ਨੇ, ਇਹ ਦੂਜੀ ਮੰਜ਼ਲ ਦੇ ਸ਼ਬਦ ਨੇ, ਇਹ ਤੀਜੀ ਮੰਜ਼ਲ ਦੇ ਸ਼ਬਦ ਨੇ। ਉਹਨਾਂ ਸ਼ਬਦਾਂ ਨੂੰ ਪੜ੍ਹਨ ਦਾ ਮਹਾਤਮ ਵੀ ਦੱਸਿਆ ਹੈ। ਇਹ ਪੰਡਤ ਤਾਰਾ ਸਿੰਘ ਜੀ ਨਰੋਤਮ ਦਾ ਵਿਚਾਰ ਹੈ। ਸੰਪਰਦਾਈ ਮਹਾਂਪੁਰਖ ਇਹਨੂੰ ਗੌੜੀ ਦੇ ਭੇਦ ਮੰਨਦੇ ਹਨ। ਸੋ ਗੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਧੰਨ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੀਆਂ ਵਡਿਆਈਆਂ ਕਿੰਨੀਆਂ ਕੁ ਕਰੀਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੇ ਇੱਕ 10ਮ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦਾ ਗ੍ਰੰਥ ਲਿਖਿਆ ਜੋ ਤਖਤ ਸਾਹਿਬ ਤੇ ਸ਼ੁਭਾਇਮਾਨ ਹੈ। ਇਹ ਸਾਰਾ ਹੀ ਗ੍ਰੰਥ ਛੰਦਾਂ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਾਗਾਂ ਦੇ ਵਿੱਚ ਹੈ। ਇੱਕ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗ੍ਰੰਥ ਲਿਖਿਆ ਜਿਹਦਾ ਨਾਮ ਹੈ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ। ਉਹਦਾ ਵਿਧਾਨ ਗੁਰੂ ਖਾਲਸਾ ਜੀ ਦੋਨਾਂ ਗ੍ਰੰਥਾਂ ਨਾਲ ਮਿਲਦਾ ਹੈ। ਤਵੱਜੋ ਦਿਓ ਜੇ, ਗੁਰੂ ਗ੍ਰੰਥ ਸਾਹਿਬ ਜੀ ਰਾਗਬੱਧ ਨੇ ਅਤੇ 10ਮ ਗੁਰੂ ਗ੍ਰੰਥ ਸਾਹਿਬ ਜੀ ਛੰਦਬੱਧ ਨੇ। ਸਰਬਲੋ ਪ੍ਰਕਾਸ਼ ਵਿੱਚ ਛੰਦ ਵੀ ਨੇ ਤੇ ਰਾਗ ਵੀ ਨੇ। ਉਹ ਸਮਿਲਿਤ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੀਆ ਗ੍ਰੰਥ ਤਿਆਰ ਕੀਤਾ ਹੈ। ਗੁਰੂ ਖਾਲਸਾ ਜੀ 300 ਰਾਗ ਮਹਾਰਾਜ ਕਲਗੀਧਰ ਜੀ ਨੇ ਉਹ ਗ੍ਰੰਥ ਦੇ ਵਿੱਚ ਉਚਾਰਨ ਕੀਤੇ ਨੇ। 300 ਮੁੱਖ ਰਾਗ ਨੇ ਤੇ 300 ਉਪਰਾਗ ਨੇ। 172 ਛੰਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਗ੍ਰੰਥ ਦੇ ਵਿੱਚ ਵਰਤੇ ਨੇ ਤੇ 52 ਭਾਸ਼ਾਵਾਂ ਸੱਚੇ ਪਾਤਸ਼ਾਹ ਜੀ ਨੇ ਉਹ ਗ੍ਰੰਥ ਵਿੱਚ ਲਿਖੀਆਂ ਨੇ। ਕਿਧਰੇ ਅਰਬੀ ਹੈ, ਕਿਧਰੇ ਫਾਰਸੀ ਹੈ, ਕਿਧਰੇ ਗੁਰੂ ਖਾਲਸਾ ਜੀ ਪਸ਼ਤੋ ਹੈ, ਕਿਧਰੇ ਮਹਾਰਾਜ ਹਿੰਦੀ ਲਿਖਦੇ ਨੇ, ਕਿਧਰੇ ਉਰਦੂ ਲਿਖਦੇ ਨੇ, ਕਿਧਰੇ ਬ੍ਰਜ ਬੋਲੀ ਲਿਖਦੇ ਨੇ, ਕਿਧਰ ਸਤਿਗੁਰੂ ਸਾਹਿਬ ਜੀ ਮਰਵਾੜੀ ਲਿਖਦੇ ਹਨ, ਕਿਧਰੇ ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਮਰਹਟਿਆਂ ਦੀ ਬੋਲੀ ਲਿਖਦੇ ਨੇ। ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਏਡਾ ਵਿਸ਼ਾਲ ਆਪ ਜੀ ਨੇ ਗ੍ਰੰਥ ਲਿਖਣਾ ਕੀਤਾ ਹੈ। ਗੁਰੂ ਖਾਲਸਾ ਜੀ ਜੇ ਕੋਸ਼ ਵਾਲੇ ਪਾਸੇ ਤੋਂ ਵੇਖਿਆ ਜਾਵੇ ਤੇ ਕੋਸ਼ ਦਾ ਭੰਡਾਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਪਦ ਪਦਾਰਥਾਂ ਵੱਲ ਵੇਖਿਆ ਜਾਵੇ ਤਾਂ ਉੱਚ ਕੋਟੀ ਦਾ ਸਾਹਿਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਗੁਰੂ ਖਾਲਸਾ ਜੀ ਇੱਕ ਮੁਹੰਮਦ ਲਤੀਫ ਹੋਇਆ ਹੈ, ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੈ। ਉਹ ਲਿਖਦਾ ਹੈ, ਉਹ ਕਹਿੰਦਾ ਕਲਗੀਆਂ ਵਾਲਿਆ, ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਤੇਰਾ ਇਤਿਹਾਸ ਕਿੱਥੋਂ ਲਿਖਣਾ ਸ਼ੁਰੂ ਕਰਾਂ। ਜਦੋਂ ਮੈਂ ਵੇਖਦਾ ਏ 52 ਕਵੀਆਂ ਨੂੰ ਬਿਠਾ ਕੇ ਉੱਚੇ ਆਸਨ ਸਿੰਘਾਸਨ ਤੇ ਬੈਠ ਕੇ ਤੂੰ ਕਵਿਤਾ ਦਾ ਪ੍ਰਦਰਸ਼ਨ ਕਰਦਾ ਏ, ਮੈਨੂੰ ਕਵੀ ਰਾਜ ਲੱਗਦਾ ਏ। ਜਦੋਂ ਮੈਂ ਦੇਖਦਾ ਏ
ਕਿ ਤੂੰ ਪਿਆਰੇ ਦਇਆ ਸਿੰਘ ਭਾਈ ਮਣੀ ਸਿੰਘ ਦੇ ਪਾਸੋਂ ਗੁਰਬਾਣੀ ਲਿਖਾਉਣਾ ਏ ਤੇ ਮੈਨੂੰ ਰਹਿਬਰ ਲੱਗਦਾ ਏ। ਜਦੋਂ ਮੈਂ ਦੇਖਦਾ ਏ ਵੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਉਣਾ ਏ ਤੇ ਮੈਨੂੰ ਦਾਤਾ ਲੱਗਦਾ ਏ। ਜਦੋਂ ਪੰਜਾਂ ਪਿਆਰਿਆਂ ਦੇ ਅੱਗੇ ਖੜਿਆ ਹੋ ਕੇ ਅੰਮ੍ਰਿਤ ਦੀ ਮੰਗ ਕਰਦਾ ਤੈਨੂੰ ਵੇਖਦਾ ਏ, ਹੇ ਕਲਗੀਆਂ ਵਾਲਿਆ ਮੈਨੂੰ ਜਾਚਕ ਲੱਗਦਾ ਏ। ਜੰਗ ਦੇ ਮੈਦਾਨ ਦੇ ਵਿੱਚ ਜਦੋਂ ਤੂੰ ਕਿਰਪਾਨ ਪਕੜ ਕੇ ਜੰਗਾਂ ਨੂੰ ਫਤਿਹ ਕਰਦਾ ਏ, ਮੈਨੂੰ ਉੱਚ ਕੋਟੀ ਦਾ ਸੂਰਮਾ ਲੱਗਦਾ ਏ। ਗੁਰੂ ਗੋਬਿੰਦ ਸਿੰਘ ਸਾਹਿਬ, ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਤੇਰੀ ਵਡਿਆਈ ਕਿੱਥੋਂ ਕਹਿਣੀ ਸ਼ੁਰੂ ਕਰਾਂ। ਤੇਰੀ ਵਡਿਆਈ ਕਹਿਣ ਕਥਨ ਤੋਂ ਪਰੇ ਹੈ। ਲਾਲਾ ਦੌਲਤ ਰਾਏ, ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਇਤਿਹਾਸ ਲਿਖਿਆ ਹੈ। ਉਹਨੂੰ ਪੁੱਛਿਆ ਕਿਸੇ ਨੇ, ਲਾਲਾ ਜੀ ਤੁਸੀਂ ਆਰੀਆ ਸਮਾਜ ਦੇ ਹੋ, ਤੁਹਾਡੇ ਵੱਡੇ ਦਇਆਨੰਦ ਜੀ ਹੋਏ ਨੇ, ਤੁਸੀਂ ਦਇਆਨੰਦ ਜੀ ਦਾ ਇਤਿਹਾਸ ਛੱਡ ਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੈ, ਕਾਰਨ ਕੀ ਹੈ? ਤੁਹਾਨੂੰ ਆਪਣੇ ਵੱਡਿਆਂ ਦਾ ਇਤਿਹਾਸ ਲਿਖਣਾ ਚਾਹੀਦਾ ਸੀ। ਆਰੀਆ ਸਮਾਜ ਦੇ ਵੱਡੇ ਦਇਆਨੰਦ ਜੀ ਹੋਏ ਨੇ। ਤੇ ਲਾਲਾ ਦੌਲਤ ਰਾਏ ਦੇ ਬੋਲ ਸਨ, ਇਤਿਹਾਸ ਪੂਰਿਆਂ ਦਾ ਲਿਖਿਆ ਜਾਂਦਾ ਏ, ਅਧੂਰਿਆਂ ਦਾ ਨਹੀਂ। ਲਾਲਾ ਦੌਲਤ ਰਾਏ ਭਾਵੇਂ ਅੰਦਰੋਂ ਪੂਰੇ ਸਨ, ਪਰ ਬਾਹਰੀ ਤੌਰ ਤੇ ਉਹ ਪੂਰੇ ਨਹੀਂ ਸਨ। ਬਾਹਰੀ ਤੌਰ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੂਰੇ ਸਨ। 14 ਜੰਗਾਂ ਕੀਤੀਆਂ ਤੇ ਵਿਜੇਤਾ ਹੋਏ। ਐਸੀ ਗੁਰਬਾਣੀ ਲਿਖੀ ਜਿਹਨੂੰ ਪੜ੍ਹ ਕੇ ਮੁਰਦਿਆਂ ਦੇ ਵਿੱਚ ਰੂਹ ਫੂਕੀ ਜਾਂਦੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਨੇ ਮਾਣ ਨਹੀਂ ਕੀਤਾ ਵੀ ਮੈਂ 14 ਜੰਗਾਂ ਜਿੱਤੀਆਂ, ਮੈਂ ਐਸੀ ਗੁਰਬਾਣੀ ਲਿਖੀ ਹੈ। ਸੱਚੇ ਪਾਤਸ਼ਾਹ ਜੀ ਦੇ ਬਚਨ ਸਨ, ਦਾਸ ਗੋਬਿੰਦ ਫਤਿਹ ਸਤਿਗੁਰ ਕੀ, ਐਸੋ ਪ੍ਰਭ ਛੋੜ ਅਬਰ ਕਤ ਜਈਐ। ਗੋਬਿੰਦ ਸਿੰਘ ਤੇ ਦਾਸ ਹੈ, ਜੇ ਕਿਰਪਾ ਹੋਈ ਹੈ, ਫਤਿਹ ਹੋਈ ਹੈ, ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਹੋਈ ਹੈ। ਇੰਨੀ ਨਿਮਰਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿੱਚ। ਲਾਲਾ ਦੌਲਤ ਰਾਏ ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਦਰੋਂ ਵੀ ਪੂਰੇ ਤੇ ਬਾਹਰੋਂ ਵੀ ਪੂਰੇ, ਇਸ ਲਈ ਇਤਿਹਾਸ ਪੂਰਿਆਂ ਦਾ ਲਿਖਿਆ ਜਾਂਦਾ ਏ, ਨਾ ਕਿ ਅਧੂਰਿਆਂ ਦਾ ਲਿਖਿਆ ਜਾਂਦਾ ਏ। ਉਹਨੂੰ ਪੁੱਛਿਆ ਲਾਲਾ ਦੌਲਤ ਰਾਏ ਨੂੰ ਕਿ ਤੁਹਾਡੀਆਂ ਨਜ਼ਰਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਸਨ? ਤੇ ਲਾਲਾ ਦੌਲਤ ਰਾਏ ਕਹਿਣ ਲੱਗਾ, ਸਾਰੀ ਦੁਨੀਆ ਦੀ ਅਕਲ, ਸਾਰੀ ਦੁਨੀਆ ਦਾ ਪ੍ਰਕਾਸ਼, ਸਾਰੀ ਦੁਨੀਆ ਦੀ ਬੁੱਧੀ, ਸਾਰੀ ਦੁਨੀਆ ਦੀ ਸ਼ਕਤੀ ਇਕੱਠੀ ਕਰ ਦਈਏ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਬਣਦਾ ਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੇ ਪਾਵਨ ਆਸਨ ਸੰਗਾਸਨ, ਉਹਨਾਂ ਦੇ ਪਾਵਨ ਦਰਬਾਰ ਦੇ ਵਿੱਚ ਮਹਾਰਾਜ ਗੌੜੀ ਦੇ ਵਿੱਚ ਕਿਰਪਾ ਕਰਦੇ ਪਏ ਨੇ। ਮਾਲਾ ਗੁਰੂ ਖਾਲਸਾ ਜੀ ਗੌੜੀ ਮਾਲਾ, ਇਹ ਇੱਕ ਗੌੜੀ ਦੀ ਕਿਸਮ ਹੈ। ਦੂਜਾ ਮੇਰੇ ਅਨੁਭਵ ਵਿੱਚ ਇਹ ਵੀ ਆਇਆ ਹੈ, ਮਹਾਰਾਜ ਸਾਹਿਬ ਜੀ ਇਹ ਗੌੜੀ ਦੇ ਵਿੱਚ ਮਾਲਾ ਫੜ ਕੇ ਨਾਮ ਜਪਣ ਦਾ ਉਪਦੇਸ਼ ਬਖਸ਼ਦੇ ਪਏ ਨੇ। ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਨ ਲਈ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਾਲਾ ਮਹੱਲਾ ਪੰਜਵਾ। ਹਰ ਬਿਨ ਅਵਰ ਕਿਰਿਆ ਬਿਰਥੇ। ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਕਰਦੇ ਨੇ। ਕਹਿੰਦੇ ਨੇ ਦੁਨੀਆ ਦੇ ਉੱਪਰ ਇੱਕੋ ਇੱਕ ਹੈ, ਉਹਨੂੰ ਕਹਿੰਦੇ ਨੇ ਹਰ। ਹਰ ਦਾ ਅਰਥ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਦਾ ਹੈ। ਦੂਜਾ ਅਰਥ ਵਿਦਵਾਨਾਂ ਨੇ ਕੀਤਾ ਏ, ਜੋ ਸਾਰੀ ਦੁਨੀਆ ਨੂੰ ਹਰਨ ਵਾਲਾ ਏ। ਹਰਨ ਦਾ ਅਰਥ ਹੁੰਦਾ ਏ ਖਤਮ ਕਰਨ ਵਾਲਾ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੋਲ ਨੇ, ਹਰਨ ਭਰਨ ਜਾ ਕਾ ਨੇਤਰ ਫੋਰ। ਨੇਤਰਾਂ ਦੇ ਇੱਕ ਚਮਕਾਰੇ ਦੇ ਵਿੱਚ ਹੀ ਉਹ ਸਾਰੇ ਸੰਸਾਰ ਨੂੰ ਫਨਾਹ ਕਰਕੇ ਮੁੜ ਸਰਜੀਤ ਕਰਨ ਦੀ ਸਮਰੱਥਾ ਰੱਖਦਾ ਹੈ। ਉਹਨੂੰ ਕਹਿੰਦੇ ਨੇ ਹਰ। ਮਹਾਰਾਜ ਕਹਿੰਦੇ ਨੇ
ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਜਿੰਨੇ ਵੀ ਕਿਰਿਆ ਦਾ ਅਰਥ ਹੈ ਕਰਮ ਕਾਂਡ, ਬਿਰਥੇ ਦਾ ਅਰਥ ਹੈ ਬੇਅਰਥੀ ਨੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 5ਵੇਂ ਪਾਤਸ਼ਾਹ ਜੀ ਦੇ ਇਹਨਾਂ ਵਾਕਾਂ ਦੀ ਤਰਜਮਾਨੀ ਕੀਤੀ ਹੈ। ਸਭ ਕਰਮ ਫੋਕਟ ਜਾਨ, ਸਭ ਧਰਮ ਨੇਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਧਰਮ ਵਿਚਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੀ ਨਿਗਾਹ ਦੇ ਵਿੱਚ ਸਾਰੇ ਕਰਮ ਤੇ ਧਰਮ ਫੋਕਟ ਹੀ ਨੇ। ਇੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਸਾਰੇ ਸੰਸਾਰ ਦਾ ਆਸਰਾ ਹੈ। ਗੁਰਸਿੱਖਾਂ ਦਾ ਤੇ ਆਸਰਾ ਨਾਮ ਹੁੰਦਾ ਹੈ। ਆਖਾ ਜੀਵਾਂ ਵਿਸਰੈ ਮਰ ਜਾ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਜੀਂਦੇ ਨੇ। ਜੇ ਨਾਮ ਨਹੀਂ ਤੇ ਉਹ ਮਰਦੇ ਨੇ। ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖਿਆ ਏ, ਬਗੈਰ ਤੋਂ ਮੇ ਮੀਰਮ, ਤੇਰੇ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਸਾਹਿਬ ਮੈਂ ਮਰਦਾ ਹਾਂ। ਜਦੋਂ ਤੇਰਾ ਦੀਦਾਰ ਨਹੀਂ ਨਾ ਹੁੰਦਾ, ਮੈਂ ਸਮਝਦਾ ਏ ਵੀ ਨੰਦ ਲਾਲ ਦੀ ਮੌਤ ਆ ਗਈ ਹੈ। ਤੇਰਾ ਦੀਦਾਰ ਹੁੰਦਾ ਏ ਤੇ ਮੈਨੂੰ ਜ਼ਿੰਦਗੀ ਪ੍ਰਾਪਤ ਹੁੰਦੀ ਹੈ। ਇਹ ਗੁਰਸਿੱਖਾਂ ਦਾ ਜੀਵਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਜਿੰਨੇ ਵੀ ਕਰਮ ਕਾਂਡ ਨੇ ਉਹ ਸਾਰੇ ਬਿਰਥੇ ਕਹੀਏ ਬੇਅਰਥ ਨੇ। ਗੁਰੂ ਖਾਲਸਾ ਜੀ ਸੰਪਰਦਾਈ ਵਿਦਵਾਨ ਇੱਕ ਅਰਥ ਹੋਰ ਕਰਦੇ ਨੇ, ਬੇਰਥੇ। ਜੰਗ ਦੇ ਮੈਦਾਨ ਦੇ ਵਿੱਚ ਜਿਹਦੇ ਕੋਲ ਰਥ ਹੋਵੇ ਨਾ, ਉਹ ਗੁਰੂ ਖਾਲਸਾ ਜੀ ਸੈਨਾਪਤੀ ਹੁੰਦਾ ਹੈ। ਜੰਗ ਦੇ ਮੈਦਾਨ ਦੇ ਵਿੱਚ ਉਹਦੀ ਵਿਜੇ ਹੁੰਦੀ ਹੈ। ਨਾਮ ਵੀ ਇੱਕ ਰਥ ਹੈ। ਭਾਵੇਂ ਨਾਮ ਨੂੰ ਗੁਰਬਾਣੀ ਵਿੱਚ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਗੁਰਮੰਤਰ ਨੂੰ ਜਹਾਜ਼ ਦੇ ਨਾਲ ਵੀ ਤੁਲਨਾ ਦਿੱਤੀ ਹੈ, ਇੱਥੇ ਰਥ ਦੇ ਨਾਲ ਤੁਲਨਾ ਦਿੱਤੀ ਹੈ। ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਰਥ ਉੱਪਰ ਅਸਵਾਰ ਹੁੰਦਾ ਏ ਉਹਦੀ ਵਿਜੇਤਾ ਹੁੰਦੀ ਹੈ। ਗੁਰੂ ਖਾਲਸਾ ਜੀ ਹਿਰਦੇ ਰੂਪ ਧਰਤੀ ਦੇ ਉੱਪਰ ਸ਼ੁਭ ਗੁਣਾਂ ਦੀ ਤੇ ਅਸ਼ੁਭ ਗੁਣਾਂ ਦੀ ਜੰਗ ਹੁੰਦੀ ਪਈ ਹੈ। ਕਾਮ ਕ੍ਰੋਧ ਇੱਕ ਪਾਸੇ ਹੈ, ਸਤ ਸੰਤੋਖ ਇੱਕ ਪਾਸੇ ਹੈ। ਕਦੇ ਮਨ ਵਿੱਚ ਚੰਗਾ ਖਿਆਲ ਆਉਂਦਾ ਜੇ ਤੇ ਕਦੇ ਮਾੜਾ ਆਉਂਦਾ ਜੇ। ਇਹਨਾਂ ਦੀ ਜੰਗ ਹੁੰਦੀ ਪਈ ਹੈ। ਵਾਹਿਗੁਰੂ ਗੁਰਮੰਤਰ ਰਥ ਦੀ ਨਿਆਈ ਹੈ। ਜਿਹੜੇ ਇਸ ਰਥ ਦਾ ਸਹਾਰਾ ਲੈਂਦੇ ਨੇ ਉਹਨਾਂ ਦੀ ਜਿੱਤ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਉਹ ਪ੍ਰਵਾਨ ਚੜ੍ਹਦੇ ਨੇ। ਜਿਨ੍ਹਾਂ ਦੇ ਕੋਲ ਨਾਮ ਰੂਪੀ ਰਥ ਨਹੀਂ, ਭਾਵੇਂ ਉਹ ਹੋਰ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਣ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾ ਉਹਨਾਂ ਦਾ ਮੁੱਲ ਕੌਡੀ ਜਿੰਨਾ ਵੀ ਰੱਬ ਦੀ ਦਰਗਾਹ ਵਿੱਚ ਨਹੀਂ ਪੈਂਦਾ। ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੁਨੀਆ ਦੇ ਉੱਪਰ ਮੰਤਰ ਜਪੇ ਜਾਂਦੇ ਆ ਜੀ ਮੁਖ ਦੇ ਨਾਲ, ਤਪ ਕੀਤਾ ਜਾਂਦਾ ਏ ਸਰੀਰ ਦੇ ਨਾਲ। 5 ਧੂਣੀਆਂ ਲਗਾਉਂਦੇ ਨੇ ਤੇ ਉਹਦੇ ਵਿਚਕਾਰ ਬੈਠ ਜਾਂਦੇ ਨੇ ਗਰਮੀਆਂ ਦੇ ਵਿੱਚ, ਉਹਨੂੰ ਕਹਿੰਦੇ ਨੇ ਤਪ ਕਰਨਾ, ਧੂਣੀਆਂ ਲਾਉਣੀਆਂ। ਗੁਰੂ ਖਾਲਸਾ ਜੀ 100 ਘੜਾ ਜਲ ਦਾ ਭਰ ਕੇ ਤੇ ਉਹਨੂੰ ਸਿਆਲਾਂ ਦੇ ਵਿੱਚ ਚੁਬਾਰੇ ਉੱਪਰ ਰੱਖ ਦਿੰਦੇ ਨੇ। ਪੋਹ ਦਿਆਂ ਦਿਨਾਂ ਵਿੱਚ ਅੰਮ੍ਰਿਤ ਵੇਲੇ ਉੱਠ ਕੇ 101 ਘੜਾ ਆਪਣੇ ਸਰੀਰ ਉੱਪਰ ਠੰਡੇ ਪਾਣੀ ਦਾ ਚਲਾਉਂਦੇ ਨੇ। ਉਹਨੂੰ ਕਹਿੰਦੇ ਨੇ ਜਲ ਧਾਰਾ ਕਰਨਾ। ਇਸ ਤਰੀਕੇ ਦੇ ਨਾਲ ਕਠਨ ਤੋਂ ਕਠਨ ਤਪ ਕਰਦੇ ਨੇ। ਤੀਜਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਦਰੀਆਂ ਦਾ ਦਮਨ ਕਰਦੇ ਨੇ, ਐਸਾ ਸੰਜਮ ਰੱਖਦੇ ਨੇ, ਐਸੇ ਕਰਮ ਕਾਂਡ ਕਮਾਉਂਦੇ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਮੁਖ ਦੇ ਨਾਲ ਜਪੇ ਹੋਏ ਮੰਤਰ, ਤਨ ਦੇ ਨਾਲ ਕੀਤੇ ਹੋਏ ਜਲ ਧਾਰੇ, ਇੰਦਰੀਆਂ ਦੇ ਨਾਲ ਰੱਖਿਆ ਹੋਇਆ ਸੰਜਮ ਉਰਾਂ ਹੀ ਰਹਿ ਜਾਂਦਾ ਹੈ। ਮੂਸੇ ਦਾ ਅਰਥ ਹੈ ਲੁੱਟਿਆ ਜਾਂਦਾ ਹੈ। ਇਹਨੂੰ ਜਮਦੂਤ ਲੁੱਟ ਲੈਂਦੇ ਨੇ। ਬਾਣੀ ਵਿੱਚ ਲਿਖਿਆ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੁੱਟੈ। ਜਿੰਨੇ ਵੀ ਆਪਾਂ ਕਰਮ ਧਰਮ ਕਰਦੇ ਆਂ ਇਹ ਗੁਰੂ ਖਾਲਸਾ ਜੀ ਉਰੇ ਹੀ ਲੁੱਟੇ ਜਾਂਦੇ ਨੇ। ਗਰੜ ਪੁਰਾਣ ਦੇ ਵਿੱਚ ਅੱਗੇ ਦੀਆਂ ਜੋ ਤਾੜਨਾਵਾਂ ਹੈ ਉਹਦਾ ਜ਼ਿਕਰ ਕੀਤਾ ਹੋਇਆ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜਾ ਲੋਹ ਪ੍ਰਕਾਸ਼ ਗ੍ਰੰਥ ਲਿਖਿਆ ਹੈ ਉਹਦੇ ਵਿੱਚ ਵੀ ਮਹਾਰਾਜ ਨੇ ਇਹ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਨੇ ਕੰਡੇ ਮਾਰਨ ਪੈਰਾਂ ਤਲੀਆਂ, ਪੈਰਾਂ ਦੀਆਂ ਤਲੀਆਂ ਦੇ ਵਿੱਚ ਕੰਡੇ ਮਾਰਦੇ ਨੇ, ਹੱਥਾਂ ਦੇ ਉੱਪਰ ਅਠੂਏ ਲੜਾਉਂਦੇ ਹਨ, ਤੱਤੇ ਥੰਮ ਗਲ ਨੂੰ ਮੇਲਦੇ ਹਨ। ਇਸ ਤਰੀਕੇ ਦੇ ਨਾਲ ਵੱਖ-ਵੱਖ ਤਾੜਨਾਵਾਂ ਦਾ ਜ਼ਿਕਰ ਕੀਤਾ ਹੈ। ਗੁਰੂ ਖਾਲਸਾ ਜੀ ਇਹ ਲੋਕ ਤੋਂ ਪਰਲੋਕ ਤੱਕ ਦਾ ਜੋ ਮਾਰਗ ਹੈ, ਰਸਤੇ ਵਿੱਚ ਇੱਕ ਧਰਮ ਰਾਜੇ ਦੀ ਪੁਰੀ ਆਉਂਦੀ ਹੈ, ਜਮਦੂਤ ਲੈ ਕੇ ਜਾਂਦੇ ਨੇ। ਗ੍ਰੰਥਾਂ ਵਿੱਚ ਲਿਖਿਆ ਹੈ ਕਿ ਰਸਤੇ ਵਿੱਚ ਇੱਕ ਬੈਤਰਨੀ ਨਦੀ ਵੀ ਆਉਂਦੀ ਹੈ। ਗ੍ਰੰਥਾਂ ਦੇ ਵਿੱਚ ਲਿਖਿਆ ਹੈ ਇੱਕ ਬੀਆਬਾਨ ਜੰਗਲ ਵੀ ਆਉਂਦਾ ਹੈ। ਜੰਗਲ ਦੇ ਪੱਤੇ ਐਸੇ ਹਨ ਜਿਵੇਂ ਗੁਰੂ ਖਾਲਸਾ ਜੀ ਤਲਵਾਰ ਦੀ ਧਾਰ ਹੋਣ। ਇੱਕ ਸਿੱਧਾ ਮਾਰਗ ਹੈ, ਇੱਕ ਪਗਡੰਡੀ ਹੈ ਜੰਗਲ ਦੇ ਵਿੱਚੋਂ ਦੀ। ਜਮਦੂਤ ਕਹਿੰਦੇ ਨੇ ਪਗਡੰਡੀ ਥਾਣੀ ਚੱਲ। ਗੁਰੂ ਖਾਲਸਾ ਜੀ ਸੂਖਸ਼ਮ ਸਰੀਰ ਨੂੰ ਬੜੀ ਦਰਦ ਸਹਾਰਨੀ ਪੈਂਦੀ ਹੈ, ਲੀਰੋ ਲੀਰ ਹੋ ਜਾਂਦਾ ਹੈ ਸੂਖਸ਼ਮ ਸਰੀਰ। ਜੀਵ ਕਹਿੰਦਾ ਏ ਮੈਨੂੰ ਰਸਤੇ ਦੇ ਉੱਪਰੋਂ ਦੀ ਚੱਲਣ ਦਿਓ। ਉਹ ਕਹਿੰਦੇ ਨੇ ਤਲੀ ਗਰਮ ਕਰ। ਜਿਵੇਂ ਟੂਲ ਟੈਕਸ ਲੱਗੇ ਹੈ ਨਾ ਵੱਡੇ ਰੋਡਾਂ ਦੇ ਉੱਪਰ, ਤਲੀ ਗਰਮ ਕਰਾਉਂਦੇ ਨੇ। ਉਹ ਕਹਿੰਦੇ ਨੇ ਤਲੀ ਗਰਮ ਕਰ, ਜਿਹੜੇ ਪੁੰਨ ਨੇ ਉਹ ਸਾਨੂੰ ਦੇ ਦੇ। ਇੱਕ ਦੋ ਪੁੰਨ ਲੈਂਦੇ ਨੇ ਤੇ ਉਹ ਸਿੱਧੇ ਮਾਰਗ ਦੇ ਉੱਪਰ ਪਾ ਦਿੰਦੇ ਨੇ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਬੈਤਰਨੀ ਹੈ, ਉਹ ਲਹੂ ਦੀ ਮਿੱਝ ਦੀ ਗੰਦਗੀ ਦੀ ਵਗਦੀ ਹੈ, ਉਹਦੇ ਵਿੱਚ ਸੁੱਟ ਦਿੰਦੇ ਨੇ ਵੀ ਇਹਦੇ ਤੋਂ ਪਾਰ ਹੋ। ਉਹ ਕਹਿੰਦਾ ਇਹ ਮੈਨੂੰ ਬੇੜੀ ਥਾਣੀ ਜਾਂ ਪੁਲ ਥਾਣੀ ਪਾਰ ਕਰਾ ਦਿਓ। ਉਹ ਕਹਿੰਦੇ ਨੇ ਤਲੀ ਗਰਮ ਕਰ। ਉਹ ਪੁੰਨ ਕਰਮ ਉੱਥੇ ਹੀ ਲੈ ਲੈਂਦੇ ਨੇ। ਫਿਰ ਗੁਰੂ ਖਾਲਸਾ ਜੀ ਅੱਗੇ ਮਾਰੂ ਥਲੇ ਆ ਜਾਂਦਾ ਹੈ। ਰੇਤਾ ਤਪਦੀ ਹੈ, ਸੂਰਜ ਚਮਕਦਾ ਹੈ, ਰੇਤਾ ਦੇ ਉੱਪਰ ਤੋਰਦੇ ਨੇ। ਉਹ ਕਹਿੰਦਾ ਇਹ ਵੀ ਮੈਨੂੰ ਵੀ ਆਪਣੇ ਵਾਹਨ ਉੱਪਰ ਚੜਾ ਲਓ ਜੀਵ। ਉਹ ਕਹਿੰਦੇ ਨੇ ਤਲੀ ਗਰਮ ਕਰ। ਇਸ ਤਰੀਕੇ ਦੇ ਨਾਲ ਜਿੰਨੇ ਵੀ ਇਹ ਪੁੰਨ ਦਾਨ ਕਰਮਕਾਂਡ ਹੁੰਦੇ ਨੇ, ਇਹ ਗੁਰੂ ਖਾਲਸਾ ਜੀ ਰਸਤੇ ਦੇ ਵਿੱਚ ਹੀ ਜਮਦੂਤ ਲੁੱਟ ਲੈਂਦੇ ਨੇ। ਇਹ ਰੱਬ ਦੀ ਦਰਗਾਹ ਤੱਕ ਪਹੁੰਚਦੇ ਹੀ ਨਹੀਂ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਕਰਕੇ ਕੀਤੇ ਹੋਏ ਸੰਜਮ, ਇੰਦਰੀਆਂ ਕਰਕੇ, ਮੁਖ ਕਰਕੇ ਜਪੇ ਹੋਏ ਮੰਤਰ, ਤਨ ਕਰਕੇ ਕੀਤੀ ਹੋਈ ਤਪੱਸਿਆ, ਜਿੰਨੇ ਵੀ ਇਹ ਕਰਮ ਧਰਮ ਨੇ, ਇਹ ਸਾਰੇ ਉਹਾਂ ਉਰੇ ਹੀ ਰਹਿ ਜਾਂਦੇ ਹਨ, ਉਰੇ ਹੀ ਲੁੱਟ ਲੈਂਦੇ ਨੇ ਜਮਦੂਤ। ਰਹਾਉ ਮਹਾਰਾਜ ਸਾਹਿਬ ਜੀ ਟਿਕਾਓ ਦੇ ਕਰਕੇ ਕਿਰਪਾ ਕਰਦੇ ਹਨ। ਵਰਤ ਨੇਮ ਸੰਜਮ ਮਹਿ ਰਹਿਤਾ, ਤਿਨ ਕਾ ਆੜ ਨਾ ਪਾਇਆ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਦੁਨੀਆ ਦੇ ਉੱਪਰ ਵਰਤ ਰੱਖੇ ਜਾਂਦੇ ਨੇ। ਕਈ ਗੁਰੂ ਖਾਲਸਾ ਜੀ ਪੁੰਨਿਆਂ ਦਾ ਵਰਤ ਰੱਖਦੇ ਨੇ, ਕਈ ਇਕਾਦਸ਼ ਦਾ ਵਰਤ ਰੱਖਦੇ ਨੇ, ਅਤੇ ਇਸੇ ਤਰ੍ਹਾਂ ਨੇਮ ਨਿਯਮ ਕਰਦੇ ਹਨ। ਇਸੇ ਤਰੀਕੇ ਦੇ ਨਾਲ ਸੰਜਮ ਰੱਖਦੇ ਨੇ। ਜਿਹੜੇ ਇਹਨਾਂ ਕਰਮਾਂ ਦੇ ਵਿੱਚ ਹੀ ਰਹਿਤਾ ਰਹਿੰਦੇ ਨੇ, ਲੱਗੇ ਰਹਿੰਦੇ ਨੇ, ਉਹਨਾਂ ਦਾ ਹਾਲ ਕੀ ਹੁੰਦਾ ਏ? ਰੱਬ ਦੀ ਦਰਗਾਹ ਦੇ ਵਿੱਚ ਆੜ ਅਠਾਨੀ ਜਿੰਨਾ ਵੀ ਉਹਨਾਂ ਦਾ ਮੁੱਲ ਨਹੀਂ ਪਾਇਆ ਜਾਂਦਾ। ਗੁਰੂ ਖਾਲਸਾ ਜੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਦਾ ਮੁੱਲ ਤੇ ਰੱਬ ਦੀ ਦਰਗਾਹ ਦੇ ਵਿੱਚ ਹੀਰਿਆਂ ਜਵਾਹਰਾਤਾਂ ਤੋਂ ਵੀ ਵੱਧ ਪੈਂਦਾ ਏ। ਰੇਰੇ ਦਰਗਹਿ ਕਹੇ ਨਾ ਕੋ, ਉਹਨਾਂ ਨੂੰ ਕੋਈ ਓਏ ਓਏ ਨਹੀਂ ਕਹਿੰਦਾ। ਆਓ ਜੀ ਬੈਠੋ, ਆਓ ਜੀ ਬੈਠੋ। ਗੁਰੂ ਖਾਲਸਾ ਜੀ ਜਿੱਥੋਂ ਬ੍ਰਹਮੇ ਦੀ ਹੱਦ ਸ਼ੁਰੂ ਹੁੰਦੀ ਹੈ, ਬ੍ਰਹਮਾ ਆਪਣੇ ਸਿੰਘਾਸਨ ਤੇ ਬਿਠਾ ਕੇ ਆਪਣੀ ਹੱਦ ਪਾਰ ਕਰਾਉਂਦਾ ਹੈ। ਜਿੱਥੋਂ ਵਿਸ਼ਨੂੰ ਜੀ ਦੀ ਹੱਦ ਸ਼ੁਰੂ ਹੁੰਦੀ ਹੈ, ਉਹ ਆਪਣੇ ਸਿੰਘਾਸਨ ਤੇ ਬਿਠਾ ਕੇ ਹੱਦ ਪਾਰ ਕਰਾਉਂਦਾ ਹੈ। ਗੁਰੂ ਖਾਲਸਾ ਜੀ ਐਸੀ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਪਰ ਜਿਹੜੇ ਗੁਰੂ ਖਾਲਸਾ ਜੀ ਕਰਮ ਧਰਮ ਦੇ ਵਿੱਚ ਹੀ ਫਸੇ ਰਹਿੰਦੇ ਨੇ, ਅਠਾਨੀ ਜਿੰਨਾ ਮੁੱਲ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਪੈਂਦਾ ਨਹੀਂ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਮੇਰਾ ਗੁਰੂ ਕਾ ਖਾਲਸਾ ਬਰਤ ਆਦਿਕ ਤੋਂ ਪਰਹੇਜ ਰੱਖੇ, ਗੋਰ ਕਬਰਾਂ ਤੇ ਮੜੀਆਂ ਨੂੰ ਭੁੱਲ ਕੇ ਵੀ ਨਾ ਮੰਨੇ, ਜਾਗਦੀ ਜੋਤ ਨੂੰ ਗੁਰੂ ਕਾ ਖਾਲਸਾ ਹਰਦਮ ਚੇਤੇ ਰੱਖੇ, ਉਹਦਾ ਹੀ ਧਿਆਨ ਧਰੇ। ਗੁਰੂ ਖਾਲਸਾ ਜੀ
ਇਹ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਪਾਵਨ ਉਪਦੇਸ਼ ਬਖਸ਼ਿਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਦੀ ਹੀ ਤਰਜਮਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨੇ ਵੀ ਇਹ ਵਰਤ ਨੇਮ ਕਰਨ ਵਾਲੇ ਹਨ, ਰੱਬ ਦੀ ਦਰਗਾਹ ਦੇ ਵਿੱਚ ਅਠਾਨੀ ਜਿੰਨਾ ਮੁੱਲ ਵੀ ਇਹਨਾਂ ਦਾ ਨਹੀਂ ਪੈਂਦਾ। ਆਗੇ ਚਲਣ ਔਰ ਹੈ ਭਾਈ, ਊਹਾਂ ਕਾਮ ਨਾ ਆਇਆ। ਮਹਾਰਾਜ ਸਾਹਿਬ ਜੀ ਕਹਿੰਦੇ ਅੱਗੇ ਚੱਲਣਾ ਭਾਈ ਹੋਰ ਤਰੀਕੇ ਦਾ ਹੈ। ਅੱਗੇ ਜੋ ਨਾਮ ਦਾ ਮੁੱਲ ਹੈ ਉਹ ਪੈਂਦਾ ਹੈ। ਇਹ ਜਿਹੜੇ ਕੀਤੇ ਹੋਏ ਕਰਮ ਕਾਂਡ ਨੇ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਉੱਥੇ ਕੰਮ ਨਹੀਂ ਆਉਂਦੇ। ਤੀਰਥ ਨਾਏ ਅਰ ਧਰਨੀ ਭ੍ਰਮਤਾ, ਆਗੇ ਠੌਰ ਨਾ ਪਾਵੇ। ਇਹ ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕ ਨਾਮ ਤੋਂ ਬਿਨਾ ਬੰਦਾ ਤੀਰਥਾਂ ਤੇ ਜਾਂਦਾ ਏ, ਉਹ ਤੀਰਥਾਂ ਦੇ ਉੱਪਰ ਇਸ਼ਨਾਨ ਕਰਦਾ ਏ ਤੇ ਨਾਮ ਉੱਥੇ ਜਾ ਕੇ ਜਪਦਾ ਨਹੀਂ। ਹੁਣ ਇਹਦਾ ਭਾਵ ਇਹ ਨਹੀਂ ਵੀ ਤੀਰਥਾਂ ਤੇ ਜਾਣਾ ਹੀ ਨਹੀਂ। ਤੀਰਥਾਂ ਤੇ ਜਾਓ, ਇਸ਼ਨਾਨ ਕਰੋ, ਉੱਥੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪੋ। ਗੁਰੂ ਖਾਲਸਾ ਜੀ, ਇਹ ਗੋਦਾਵਰੀ ਦਾ ਤੱਟ ਵੀ ਨਿਰਮਲ ਹੈ। ਇੱਥੇ ਵੀ ਮਹਾਂਪੁਰਖ ਆ ਕਰਕੇ ਗੁਰੂ ਖਾਲਸਾ ਜੀ ਨਾਮ ਜਪਦੇ ਰਹੇ। ਮਾਰਕੰਡਾ ਜੀ ਇੱਥੇ ਰਹੇ, ਸਮੁੰਦ ਰਿਖੀ ਜੀ ਇੱਥੇ ਰਹੇ, ਨੌ ਨਿੰਦਾ ਨੇ ਵੀ ਇੱਥੇ ਹੀ ਤਪੱਸਿਆ ਕੀਤੀ। ਦੁਸ਼ਟ ਦਮਨ ਦੇ ਰੂਪ ਦੇ ਵਿੱਚ ਮਹਾਰਾਜ ਕਲਗੀਧਰ ਜੀ ਨੇ ਵੀ ਇੱਥੇ ਹੀ ਆਸਨ ਸਿੰਘਾਸਨ ਲਾ ਕੇ ਨਾਮ ਜਪਿਆ। ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਨੇ ਵੀ ਜਿਨ੍ਹਾਂ ਨੇ ਇਹ ਧਾਰਿਆ ਏ ਵੀ 68 ਤੀਰਥ ਨਾਲੇ ਤੇ ਅਸੀਂ ਸਫਲੇ ਹੋ ਗਏ, ਇਹ ਨਹੀਂ। ਮਹਾਰਾਜ ਕਹਿੰਦੇ ਤੀਰਥਾਂ ਤੇ ਜਾਓ ਤੇ ਨਾਮ ਜਪੋ। ਤੀਰਥ ਥੱਥੇ ਨੂੰ ਸਿਹਾਰੀ ਲੱਗੀ ਹੈ, ਇਹਦਾ ਮਹਿਣਾ ਹੈ ਤੀਰਥੀ। ਤੀਰਥੀ ਬਣ ਕੇ ਜਿਹੜੇ ਇਸ਼ਨਾਨ ਕਰਦੇ ਨੇ ਅਤੇ ਧਰਤੀ ਦੇ ਉੱਪਰ ਭ੍ਰਮਣ ਕਰਦੇ ਹਨ, ਗੁਰੂ ਖਾਲਸਾ ਜੀ ਅੱਗੇ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਉਹ ਥਾਂ ਨਹੀਂ ਪ੍ਰਾਪਤ ਕਰਦੇ। ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਪ੍ਰਾਪਤ ਨਹੀਂ ਹੁੰਦਾ। ਤੀਰਥ ਦਾ ਅਰਥ ਵਿਦਵਾਨਾਂ ਨੇ ਕੀਤਾ ਏ, ਤੀਰ ਨਾਮ ਕਿਨਾਰੇ ਦਾ ਏ ਤੇ ਥ ਨਾਮ ਥਾਨ ਦਾ ਹੈ। ਜਿਵੇਂ ਗੋਦਾਵਰੀ ਦੇ ਕਿਨਾਰੇ ਉੱਪਰ ਨਗੀਨਾ ਘਾਟ ਹੈ, ਸੱਚਖੰਡ ਸ੍ਰੀ ਹਜੂਰ ਸਾਹਿਬ ਹੈ, ਬੰਦਾ ਘਾਟ ਹੈ, ਇਹ ਤੀਰਥ ਨੇ। ਕਿਸੇ ਜਲ ਦੇ ਕਿਨਾਰੇ ਦੇ ਉੱਪਰ ਬੈਠ ਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਿੱਥੇ ਭਜਨ ਹੁੰਦਾ ਹੈ ਉਹਨੂੰ ਗੁਰੂ ਖਾਲਸਾ ਜੀ ਤੀਰਥ ਕਹਿੰਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਤੀਰਥੀ ਬਣ ਕੇ ਬਸ ਇਸ਼ਨਾਨ ਕਰਨਾ, ਰੋਟੀ ਖਾਣੀ, ਢਿੱਡ ਭਰਨਾ ਅਤੇ ਧਰਤੀ ਦਾ ਭ੍ਰਮਣ ਕਰਦੇ ਫਿਰਨਾ, ਉਹ ਰੱਬ ਦੀ ਦਰਗਾਹ ਦੇ ਵਿੱਚ ਨਾਮ ਤੋਂ ਬਿਨਾਂ ਥਾਂ ਨਹੀਂ ਪ੍ਰਾਪਤ ਕਰਦੇ। ਊਹਾਂ ਕਾਮ ਨਾ ਆਵੇ ਇਹ ਬਿਧ, ਉਹ ਲੋਗ ਨਹੀਂ ਪਤਿਆਵੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹਾਂ ਰੱਬ ਦੀ ਦਰਗਾਹ ਦੇ ਵਿੱਚ ਇਹ ਕੀਤੇ ਹੋਏ ਕਰਮ ਕਾਂਡ ਕੰਮ ਨਹੀਂ ਆਉਂਦੇ। ਇਹ ਬਿਧ ਇਸ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਨੇ ਨਹੀਂ ਪਤਿਆਵੇ, ਰੱਬ ਨੂੰ ਪ੍ਰਸੰਨ ਨਹੀਂ ਕਰ ਪਾਉਂਦੇ। ਇਹ ਪਾਠ ਮੁੱਖ ਹੈ। ਦੂਜਾ ਪਾਠ ਗੁਰੂ ਖਾਲਸਾ ਜੀ ਸੰਪਰਦਾਇ ਵਿਦਵਾਨ ਲੋਗਨ ਹੀ ਪਤਿਆਵੇ, ਇਸ ਤਰੀਕੇ ਨਾਲ ਵੀ ਕਰਦੇ ਨੇ। ਰੱਬ ਦੀ ਦਰਗਾਹ ਦੇ ਵਿੱਚ ਮੁੱਲ ਨਹੀਂ ਪੈਂਦਾ, ਕਿਉਂਕਿ ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਤੀਰਥਾਂ ਦਾ ਭ੍ਰਮਣ ਕਰਦੇ ਨੇ। ਉਹ ਧਰਤੀ ਦੇ ਉੱਪਰ ਐਵੇਂ ਭੌਂਦੇ ਫਿਰਦੇ ਨੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਭੇਖ ਧਾਰਦੇ ਨੇ। ਰੱਬ ਦੀ ਖੁਸ਼ੀ ਵਾਸਤੇ ਉਹ ਕਰਮ ਨਹੀਂ ਕਰਦੇ। ਗੁਰੂ ਖਾਲਸਾ ਜੀ ਜਿਹੜਾ ਕਰਮ ਰੱਬ ਦੀ ਖੁਸ਼ੀ ਲਈ ਕੀਤਾ ਜਾਵੇ, ਉਹ ਕਰਮ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਚੜ੍ਹਦਾ ਹੈ। ਜਿਹੜਾ ਕਰਮ ਗੁਰੂ ਖਾਲਸਾ ਜੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾਵੇ, ਉਹ ਨਾ ਲੋਕ ਜੋਗੇ ਰਹਿੰਦੇ ਨੇ ਨਾ ਪਰਲੋਕ ਜੋਗੇ ਰਹਿੰਦੇ ਨੇ। ਉਹਨਾਂ ਦਾ ਲੋਕ ਵੀ ਐਵੇਂ ਹੀ ਜਾਂਦਾ ਹੈ, ਉਹਨਾਂ ਦਾ ਪਰਲੋਕ ਵੀ ਐਵੇਂ ਹੀ ਜਾਂਦਾ ਹੈ। ਨਾਮ ਵੀ ਇਸੇ ਤਰੀਕੇ ਨਾਲ ਹੈ। ਕਈ ਮੇਰੇ ਵਰਗੇ ਲੋਕਾਂ ਨੂੰ ਪ੍ਰਸੰਨ ਕਰਨ ਵਾਸਤੇ ਜਦੋਂ ਕੋਈ ਚੱਲ ਕੇ ਆਇਆ ਮਾਲਾ ਫੜ ਲੈਂਦੇ ਨੇ, ਨਾਮ ਜਪਣ ਲੱਗ ਜਾਂਦੇ ਨੇ, ਤੇ ਜਦੋਂ ਕੋਈ ਚਲਿਆ ਗਿਆ ਮਾਲਾ ਰੱਖ ਕੇ ਫਿਰ ਐਵੇਂ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਵਿੱਚ ਲੱਗ ਜਾਂਦੇ ਨੇ। ਉਹ ਗੁਰੂ ਖਾਲਸਾ ਜੀ ਲੋਕ ਵੀ ਗਵਾ ਬਹਿੰਦੇ ਨੇ, ਪਰ ਲੋਕ ਵੀ ਗਵਾ ਬਹਿੰਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਲੋਕਾਂ ਨੂੰ ਹੀ ਪ੍ਰਸੰਨ ਕਰਨ ਵਿੱਚ ਲੱਗੇ ਹੋਏ ਨੇ,
ਰੱਬ ਦੀ ਦਰਗਾਹ ਦੇ ਵਿੱਚ ਜਾ ਕਰਕੇ ਉਹਨਾਂ ਦਾ ਕੀਤਾ ਹੋਇਆ ਕੋਈ ਕੰਮ ਵੀ ਕੰਮ ਨਹੀਂ ਆਉਂਦਾ। ਚਤੁਰ ਵੇਦ ਮੁਖ ਬਚਨੀ ਉਚਰੈ, ਆਗੈ ਮਹਿਲ ਨਾ ਪਾਈਐ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕੁਝ ਲੋਕ 4 ਵੇਦ ਪੜ੍ਹਦੇ ਨੇ, ਉਹ ਆਪਣੇ ਆਪ ਨੂੰ ਵੇਦ ਪਾਠੀ ਅਖਵਾਉਂਦੇ ਨੇ, ਤੇ ਵੇਦਾਂ ਦੇ ਬਚਨ ਨੇ, ਜਿਵੇਂ ਸ਼ਾਮ ਵੇਦ ਦਾ ਬਚਨ ਹੈ ਅਹੰ ਬ੍ਰਹਮ ਅਸਮੀ ਤਤਮ ਸੀ, ਐਸੇ ਗੁਰੂ ਖਾਲਸਾ ਜੀ ਮਹਾਂਵਾਕ ਨੇ। ਇਹਨਾਂ ਮਹਾਂਵਾਕਾਂ ਨੂੰ ਪੜ੍ਹਦੇ ਨੇ, ਵਿਚਾਰਦੇ ਨੇ, ਤੇ ਅਹੰਤਾ ਮਮਤਾ ਦੇ ਵਿੱਚ ਹੀ ਲੱਗੇ ਰਹਿੰਦੇ ਨੇ। ਗੁਰਬਾਣੀ ਵਿੱਚ ਇਹ ਵੀ ਲਿਖਿਆ ਹੈ, ਵੇਦ ਕਤੇਬ ਕਹੋ ਮਤ ਝੂਠਾ, ਝੂਠਾ ਜੋ ਨਾ ਵਿਚਾਰੈ। ਮਹਾਰਾਜ ਕਹਿੰਦੇ ਨੇ ਵੇਦਾਂ ਕਤੇਬਾਂ ਨੂੰ ਝੂਠੇ ਨਾ ਕਹੋ। ਝੂਠਾ ਉਹ ਹੈ ਜਿਹੜਾ ਵੇਦਾਂ ਤੇ ਕਤੇਬਾਂ ਦੀ ਵਿਚਾਰ ਨਹੀਂ ਕਰਦਾ। ਇੱਕ ਪਾਸੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ 4 ਵੇਦਾਂ ਨੂੰ ਪੜ੍ਹਦਾ ਹੈ ਅਤੇ 4 ਵੇਦਾਂ ਨੂੰ ਪੜ੍ਹ ਕੇ ਉਹਨਾਂ ਦੇ ਮਹਾਂਵਾਕ ਪੜ੍ਹ ਕੇ ਸੁਣਾਉਂਦਾ ਏ, ਉਹ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਟਿਕਾਣਾ ਨਹੀਂ ਪਾਉਂਦਾ। ਇੱਥੇ ਗੁਰੂ ਖਾਲਸਾ ਜੀ ਸਤਿਗੁਰਾਂ ਦੀਆਂ 2 ਵਿਚਾਰਧਾਰਾ ਹੋਈਆਂ ਜਾਪਦੀਆਂ ਨੇ। ਇੱਕ ਪਾਸੇ ਤੇ ਕਹਿੰਦੇ ਆ ਵੀ ਵੇਦਾਂ ਕਤੇਬਾਂ ਨੂੰ ਝੂਠਾ ਨਾ ਕਹੋ, ਇੱਕ ਪਾਸੇ ਕਹਿੰਦੇ ਨੇ ਵੀ ਇਹਨਾਂ ਨੂੰ ਪੜ੍ਹਨ ਦੇ ਨਾਲ ਰੱਬ ਦੀ ਦਰਗਾਹ ਦੇ ਵਿੱਚ ਟਿਕਾਣਾ ਪ੍ਰਾਪਤ ਨਹੀਂ ਹੁੰਦਾ। ਗੁਰੂ ਖਾਲਸਾ ਜੀ, ਗੁਰਸਿੱਖ ਉਲਝ ਜਾਂਦਾ ਹੈ। ਗੁਰੂ ਖਾਲਸਾ ਜੀ ਜਿਹੜਾ ਵੇਦਾਂ ਦਾ ਸਿਧਾਂਤ ਹੈ ਉਹ ਸਰਬ ਉੱਚ ਹੈ। ਉਹ ਗੁਰੂ ਖਾਲਸਾ ਜੀ ਬ੍ਰਹਮ ਗਿਆਨ ਦੀ ਅਵਸਥਾ ਹੈ, ਪਰ ਉਹਨਾਂ ਨੂੰ ਪੜ੍ਹ ਕਰਕੇ ਜਿਹਨੇ ਨਾਮ ਨਹੀਂ ਜਪਿਆ ਹੁੰਦਾ, ਕਮਾਈ ਨਹੀਂ ਕੀਤੀ ਹੁੰਦੀ, ਮੈਂ ਹੀ ਬ੍ਰਹਮ ਹੂੰ, ਇਸੇ ਵਿੱਚ ਹੀ ਉਹ ਉਲਝ ਕਰਕੇ ਰਹਿ ਜਾਂਦਾ ਹੈ। ਕਿਉਂਕਿ ਵੇਦਾਂ ਦਾ ਸਿਧਾਂਤ ਇੱਥੋਂ ਸ਼ੁਰੂ ਹੁੰਦਾ ਏ। ਉਹ ਕਹਿੰਦੇ ਨੇ ਸੋ ਮੇਰੋ ਹੈ ਆਤਮਾ ਕਾਕੂ ਕਰੂ ਪ੍ਰਣਾਮ, ਮੇਰੇ ਵਿੱਚ ਤੇ ਰੱਬ ਦੇ ਵਿੱਚ ਤੇ ਕੋਈ ਭੇਦ ਨਹੀਂ ਹੈ, ਮੈਂ ਹੁਣ ਮੱਥਾ ਕਿਹਨੂੰ ਟੇਕਾਂ। ਜਿਹੜਾ ਗੁਰੂ ਖਾਲਸਾ ਜੀ ਅਵਸਥਾ ਵਾਲਾ ਨਹੀਂ ਹੁੰਦਾ ਉਹ ਇਹੀ ਗੁਮਾਨ ਕਰ ਲੈਂਦਾ ਹੈ। ਉਹ ਗੁਰੂ ਖਾਲਸਾ ਜੀ ਅਵਸਥਾ ਤੋਂ ਬਿਨਾਂ, ਨਾਮ ਤੋਂ ਬਿਨਾਂ, ਕਮਾਈ ਤੋਂ ਬਿਨਾਂ ਆਪਣਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ। ਇਸੇ ਲਈ ਗੁਰੂ ਖਾਲਸਾ ਜੀ ਵੇਦ ਪੜ੍ਹਨ ਦਾ ਵੀ ਇੱਕ ਵਿਧਾਨ ਬਣਾਇਆ ਹੈ। ਪਹਿਲਾਂ ਕਰਮ ਕਾਂਡ ਹੈ, ਫਿਰ ਉਪਾਸ਼ਨਾ ਕਾਂਡ ਹੈ, ਫਿਰ ਗਿਆਨ ਕਾਂਡ ਹੈ। ਜਿਵੇਂ ਆਪਾਂ ਤਖਤ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ, ਪਹਿਲਾਂ ਹੱਥ ਧੋਤੇ ਨੇ, 5 ਇਸ਼ਨਾਨਾ ਕੀਤਾ ਹੈ, ਇਸ਼ਨਾਨ ਕੀਤਾ ਹੈ, ਗਲ ਵਿੱਚ ਪਰਨਾ ਪਾਇਆ ਹੈ, ਸਿਰ ਦੇ ਉੱਪਰ ਦਸਤਾਰਾ ਸਜਾਇਆ ਹੈ। ਇਹ ਗੁਰੂ ਖਾਲਸਾ ਜੀ ਕਰਮ ਕਾਂਡ ਹੈ। ਫਿਰ ਆ ਕੇ ਅਰਦਾਸ ਕੀਤੀ ਹੈ, ਮੱਥਾ ਟੇਕਿਆ ਹੈ, ਪੂਜਾ ਕੀਤੀ ਹੈ, ਅਰਚਨਾ ਕੀਤੀ ਹੈ, ਇਹ ਉਪਾਸ਼ਨਾ ਕਾਂਡ ਹੈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਵਾਕ ਸੁਨੇ ਨੇ, 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਮੁਖਵਾਕ ਸੁਨੇ ਨੇ, ਇਹ ਗਿਆਨ ਕਾਂਡ ਹੈ। 2 ਗੱਲਾਂ ਤੋਂ ਪਹਿਲੇ ਹੀ ਜਿਹੜਾ ਤੀਜੀ ਗੱਲ ਤੇ ਪਹੁੰਚ ਜਾਵੇ ਉਹ ਆਪਣਾ ਜਨਮ ਗਵਾ ਲੈਂਦਾ ਹੈ। ਆਮ ਗੁਰੂ ਖਾਲਸਾ ਜੀ ਅਜਿਹਾ ਹੀ ਹੁੰਦਾ ਹੈ। ਜਿਹੜੇ ਵੇਦ ਪਾਠੀ ਹੁੰਦੇ ਨੇ ਉਹ ਗੁਰੂ ਖਾਲਸਾ ਜੀ ਕਮਾਈ ਕੰਬੂਈ ਤੇ ਕੋਈ ਕਰਦੇ ਨਹੀਂ, ਬਸ ਅਹੰ ਬ੍ਰਹਮ ਅਸਮੀ ਨਿਸੰਕ ਭੋਗੋ ਲక్ష్ਮੀ, ਐਸੇ ਹੀ ਉਹ ਨਾਰੇ ਲਾਉਂਦੇ ਹਨ ਤੇ ਉਹ ਆਪਣਾ ਜਨਮ ਵਿਅਰਥਾ ਹੀ ਗਵਾ ਲੈਂਦੇ ਹਨ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚਤੁਰ ਵੇਦਾਂ ਦੇ ਜਿਹੜੇ ਬਚਨੀ ਮਹਾਂਵਾਕ ਨੇ ਉਹ ਆਪਣੇ ਮੁਖ ਤੋਂ ਉਚਾਰਦੇ ਨੇ। ਅੱਗੇ ਮਹੱਲ ਨਾ ਪਾਈਏ, ਅੱਗੇ ਰੱਬ ਦੀ ਦਰਗਾਹ ਦੇ ਵਿੱਚ ਜਾ ਕਰਕੇ ਜਿਹੜਾ ਨਿਜ ਸਰੂਪ ਮਹੱਲ ਹੈ ਉਹਦੀ ਉਹ ਪ੍ਰਾਪਤੀ ਨਹੀਂ ਕਰ ਪਾਉਂਦੇ। ਬੂਝੈ ਨਾਹੀ ਏਕ ਸੁਦਾਖਰ, ਉਹ ਸਗਲੀ ਝਾਕ ਚਖਾਈਐ। ਹਾਂ, ਸੁਦਾਖਰ ਦਾ ਅਰਥ ਵਿਦਵਾਨ ਕਰਦੇ ਨੇ ਸੁਧ ਅਕਸ਼ਰ। ਸੁਧ ਅਕਸ਼ਰ ਗੁਰੂ ਖਾਲਸਾ ਜੀ ਰਾਮ ਨਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਰਾਮ ਸ਼ਬਦ ਦੀ ਕਿੰਨੀ ਕੁ ਵਡਿਆਈ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਵਾਹਿਗੁਰੂ ਦਾ ਮਹਾਤਮ ਲਿਖਿਆ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕਿ ਸਨਾਤਨ ਮਤ ਦੇ ਵਿੱਚ ਇਹ ਖਿਆਲ ਹੈ ਲੋਕਾਂ ਦਾ ਕਿ ਜਿਹੜਾ ਕਾਂਚੀ ਦੇ ਵਿੱਚ ਮਰਦਾ ਏ ਨਾ, ਜਦੋਂ ਮਰਨ ਲੱਗਦਾ ਏ ਸ਼ਿਵਾ ਜੀ ਉਹਦੇ ਕੰਨ ਵਿੱਚ ਆ ਕੇ ਰਾਮ ਮੰਤਰ ਦਿੰਦੇ ਨੇ ਤੇ ਉਹ ਇਸ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਚਲੋ ਮੰਨਿਆ, ਇਸੇ ਤਰ੍ਹਾਂ ਹੀ ਹੋਵੇਗਾ। ਉਹਨਾਂ ਦਾ ਮਤ ਹੈ
ਪਰ ਵਾਹਿਗੁਰੂ ਗੁਰ ਮੰਤਰ ਦੇ ਵਿੱਚ 3 ਮੰਤਰ ਹੋਰ ਆਉਂਦੇ ਨੇ। ਵਾਵਾ ਵਾਸਦੇਵ ਹੈ, ਹਾਹਾ ਹਰੀ ਹੈ, ਗੱਗਾ ਗੋਬਿੰਦ ਹੈ, ਰਾਰਾ ਰਾਮ ਹੈ। ਤੋ ਵਾਹਿਗੁਰੂ ਗੁਰ ਮੰਤਰ ਜਪਣ ਦਾ ਕਿੱਡਾ ਕੁ ਵੱਡਾ ਪੁੰਨ ਹੋਵੇਗਾ। ਗੁਰੂ ਖਾਲਸਾ ਜੀ 4 ਜਾਪਾਂ ਦਾ ਇਹ ਬੀਜ ਦਾਤਾ ਮੰਤਰ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਜੋ ਸੁੱਧ ਅਕਸ਼ਰ ਵਾਹਿਗੁਰੂ ਗੁਰ ਮੰਤਰ ਹੈ, ਇਹਨੂੰ ਜਿੰਨੇ ਬੁੱਝਣਾ ਨਹੀਂ ਕੀਤਾ ਉਹ ਐਵੇਂ ਹੀ ਝਖਾਂ ਹੀ ਮਾਰਦਾ ਹੈ, ਐਵੇਂ ਆਪਣੇ ਜਨਮ ਨੂੰ ਵਿਅਰਥ ਹੀ ਗਵਾਉਂਦਾ ਪਿਆ ਹੈ। ਨਾਨਕ ਕਹਿ ਤੂੰ ਇਹੋ ਵਿਚਾਰਾ, ਜੇ ਕਮਾਵੇ ਸੋ ਪਾਰ ਗਰਾਮੀ। ਹਾਂ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਇਹ ਵਿਚਾਰ ਕਹਿਣਾ ਹੈ, ਜਿਹੜਾ ਮੇਰੇ ਕਹੇ ਹੋਏ ਉਪਦੇਸ਼ ਨੂੰ ਕਮਾਵੇਗਾ, ਗ੍ਰਾਮੀ ਕਹੀਏ ਸਮੂਹ ਪਰਿਵਾਰ ਦੇ ਸਮੇਤ, ਉਹ ਭਵਜਲ ਸਮੁੰਦਰ ਤੋਂ ਪਾਰ ਹੋ ਜਾਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਆਪ ਨਾਮ ਜਪਦਾ ਏ ਉਹ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਏ, ਉਹਦਾ ਪਰਿਵਾਰ ਤਰ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਲਾ ਕੇ ਕਿਰਪਾ ਕਰਦੇ ਪਏ ਨੇ, ਕਿਉਂਕਿ ਗੁਰੂ ਨਾਨਕ ਦੇ ਵਿੱਚ ਤੇ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਵਡਿਆਈ ਕੀਤੀ ਹੈ। 1-2 ਸ਼ੇਰ ਗੁਰੂ ਨਾਨਕ ਦੀ ਯਾਦ ਵਿੱਚ ਭਾਈ ਨੰਦ ਲਾਲ ਸਾਹਿਬ ਨੇ ਜੋ ਲਿਖਿਆ ਏ, ਮੈਂ ਉਹ ਪੜ੍ਹਨਾ ਜ਼ਰੂਰੀ ਸਮਝਦਾ ਹਾਂ। ਸੱਚੇ ਪਾਤਸ਼ਾਹ ਜੀ ਦੇ ਬਾਬਤ ਕਹਿੰਦੇ ਨੇ, ਨਾਮੇ ਓ ਸ਼ਾਹੇ ਨਾਨਕ ਹਕ ਕੇਸ਼, ਕੇ ਨਿਆਇਦ ਹਮ ਚੁਨੂ ਦਿਗਰ ਦਰਵੇਸ਼। ਜਿਹੜੇ ਸ਼ਾਹ ਦੀ ਗੱਲ ਮੈਂ ਕਰਦਾ ਹਾਂ, ਉਹ ਸ਼ਾਹ ਦਾ ਨਾਮ ਹੈ ਨਾਨਕ ਸ਼ਾਹ। ਦੁਨੀਆ ਦੇ ਉੱਪਰ ਫਕੀਰ ਬੜੇ ਵੇਖੇ ਨੇ, ਪਰ ਗੁਰੂ ਨਾਨਕ ਦੇਵ ਜੀ ਵਰਗਾ ਫਕੀਰ ਦੁਨੀਆ ਦੇ ਉੱਪਰ ਕੋਈ ਨਹੀਂ ਆਇਆ। ਕਿ ਨਿਆਇਦ ਹਮ ਚੁਨੂ, ਹਮ ਚੁਨੂ ਦਾ ਅਰਥ ਹੁੰਦਾ ਏ ਵਰਗਾ, ਨਿਆਇਦ ਦਾ ਅਰਥ ਹੁੰਦਾ ਏ ਨਹੀਂ ਆਇਆ। ਦਿਗਰ ਮੈਨੇ ਦੂਜਾ, ਦਰਵੇਸ਼ ਮੈਨੇ ਫਕੀਰ। ਜੈਸਾ ਫਕੀਰੀ ਦਾ ਮਾਰਗ ਚੁਣ ਕੇ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਦੇ ਵਿੱਚ ਕਲਾ ਵਰਤਾਈ, ਇਹੋ ਜਿਹਾ ਫਕੀਰ ਦੁਨੀਆ ਦੇ ਉੱਪਰ ਕੋਈ ਨਹੀਂ ਆਇਆ। ਫਕਰੇ ਉਹ ਫਕਰ ਰਾ ਸਰਫ ਰਾਜ਼ੀ, ਪੇਸ਼ੇ ਉਹ ਕਾਰੇ ਜੁਮਲਾ ਜਾਂ ਬਾਜੀ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਫਕੀਰਾਂ ਦੇ ਵਿੱਚੋਂ ਉੱਚ ਕੋਟੀ ਦੇ ਫਕੀਰ ਸਨ। ਉਹਨਾਂ ਨੇ ਫਕੀਰੀ ਦਾ ਸਿਰ ਉੱਚਾ ਚੁੱਕ ਦਿੱਤਾ। ਨਹੀਂ ਤੇ ਦੁਨੀਆ ਦੇ ਉੱਪਰ ਫਕੀਰ ਉਹਨੂੰ ਕਹਿੰਦੇ ਸਨ ਜਿਹੜਾ ਮੰਗਦਾ ਸੀ। ਜਿਹੜਾ ਤੇਲ ਜਿਹਨੇ ਨਾ ਪਾਇਆ ਤੇ ਉਹਦੇ ਸਿਰੇ ਆਉਂਦਾ ਸੀ ਨਾ, ਉਹਨੂੰ ਫਕੀਰ ਕਹਿੰਦੇ ਸਨ। ਪਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਫਕੀਰਾਂ ਦਾ ਮਾਰਗ ਕਿਹੋ ਜਿਹਾ ਹੁੰਦਾ ਹੈ। ਫਕੀਰਾਨਾ ਲਿਬਾਸ ਗੁਰੂ ਨਾਨਕ ਦੇਵ ਜੀ ਨੇ ਧਾਰ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਦੁਨੀਆ ਦੀਆਂ ਜਿੰਨੀਆਂ ਵੀ ਅਜ਼ਮਤਾਂ ਨੇ, ਦੁਨੀਆ ਦੀਆਂ ਜਿੰਨੀਆਂ ਵੀ ਤਾਕਤਾਂ ਨੇ, ਗੁਰੂ ਨਾਨਕ ਦੇ ਅੱਗੇ ਹੱਥ ਬੰਨੀ ਖਲੋਤੀਆਂ ਰਹਿੰਦੀਆਂ ਸਨ। ਸੱਚੇ ਪਾਤਸ਼ਾਹ ਜੀ ਸਾਨੂੰ ਆਗਿਆ ਦਿਓ, ਤੁਹਾਡੀ ਆਗਿਆ ਹੋਵੇ ਅਸੀਂ ਆਪਣੀ ਜਾਨ ਦੀ ਬਾਜੀ ਲਾਉਣ ਵਾਸਤੇ ਤਿਆਰ ਹਾਂ। ਐਸੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਅਰਥ ਵੀ ਕੀਤੇ ਨੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਨਾ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੇ ਸੋਈ। ਜਿਹਦੇ ਵਿੱਚ ਅਨੇਕਤਾ ਨਹੀਂ ਉਹ ਨਾਨਕ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਦੋ ਨੂਨੇ ਨਾਮ ਪਾਕਸ਼, ਨਈਮ ਵਾ ਨਸੀਰ, ਵਾ ਅਲਫੇ ਮਿਆਨੇ ਅਹਦ, ਵਾ ਕਾਫੇ ਆਖਰੀਨ ਕਬੀਰ। ਗੁਰੂ ਨਾਨਕ ਦੇਵ ਜੀ ਦੇ ਨਾਮ ਵਿੱਚ 2 ਨੰਨੇ, 1 ਕੰਨਾ ਤੇ 1 ਕੱਕਾ, ਇੰਨੇ ਅੱਖਰਾਂ ਦਾ ਪ੍ਰਯੋਗ ਹੁੰਦਾ ਹੈ। ਪਹਿਲਾ ਨੰਨਾ ਕਹਿੰਦਾ ਏ ਗੁਰੂ ਨਾਨਕ ਦੇਵ ਜੀ ਨਈਮ ਇਨਾਮ ਦੇਣ ਵਾਲੇ ਨੇ। ਗੁਰੂ ਖਾਲਸਾ ਜੀ ਹਰੇਕ ਕੋਈ ਆਪਣੇ ਪੁੱਤਰਾਂ ਦਾ ਬਣਦਾ ਜੇ। ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਚੇਲੇ ਦੀ ਝੋਲੀ ਵਿੱਚ ਦਾਤ ਪਾ ਦੇਣੀ, ਇਹੋ ਜਿਹਾ ਇਨਾਮ ਗੁਰੂ ਨਾਨਕ ਨੂੰ ਬਣ ਆਇਆ ਹੈ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਪੂਰੇ ਨਹੀਂ ਸਨ। ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਵੀ ਸਾਨੀ ਕੋਈ ਨਹੀਂ ਹੈ, ਪਰ ਗੁਰੂ ਖਾਲਸਾ ਜੀ
ਭਾਈ ਲਹਿਣਾ ਜੀ ਦੀ ਸੇਵਾ ਬਾਬਾ ਸ਼੍ਰੀ ਚੰਦ ਜੀ ਤੋਂ ਅਧਿਕ ਵੇਖੀ ਕਿ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਾ ਇਨਾਮ ਭਾਈ ਲਹਿਣਾ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ। ਦੂਜਾ ਗੁਰੂ ਖਾਲਸਾ ਜੀ ਕੰਨਾ ਲੱਗਾ ਹੈ। ਉਹ ਕੰਨਾ ਕਹਿੰਦਾ ਏ ਕਿ ਗੁਰੂ ਨਾਨਕ ਦੇਵ ਜੀ ਅਹਦ ਇੱਕ ਨੇ, ਉਹਨਾਂ ਵਰਗਾ ਜਹਾਨ ਦੇ ਉੱਪਰ ਹੋਰ ਦੂਜਾ ਕੋਈ ਨਹੀਂ ਹੈ। ਫਿਰ ਨੰਨਾ ਨਸੀਰ ਉਹ ਮਦਦ ਕਰਨ ਵਾਲੇ ਨੇ। ਬਾਣੀ ਵਿੱਚ ਲਿਖਿਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਨਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਜਿਨੇ ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ ਕੀਤਾ, ਗੁਰੂ ਨਾਨਕ ਸਾਹਿਬ ਜੀ ਨੂੰ ਪੇਖਿਆ, ਉਹ ਨਰਕਾਂ ਵਿੱਚ ਜਾ ਕੇ ਨਹੀਂ ਪੈਂਦਾ। ਅੱਗੇ ਹੈ ਕੱਕਾ। ਕੱਕਾ ਕਹਿੰਦਾ ਏ ਕਬੀਰ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੇ ਨੇ, ਉਹਨਾਂ ਵਰਗਾ ਦੁਨੀਆ ਦੇ ਉੱਪਰ ਵੱਡਾ ਕੋਈ ਨਹੀਂ ਹੋਇਆ। ਭਾਵੇਂ ਕੋਈ ਗੁਰੂ ਖਾਲਸਾ ਜੀ ਰਾਜਸੀ ਤੇ ਭਾਵੇਂ ਕੋਈ ਧਾਰਮਿਕ, ਭਾਵੇਂ ਕੋਈ ਰਹਿਬਰ ਤੇ ਭਾਵੇਂ ਕੋਈ ਅਵਤਾਰ, ਭਾਵੇਂ ਕੋਈ ਪੀਰ, ਭਾਵੇਂ ਕੋਈ ਪੈਗੰਬਰ, ਗੁਰੂ ਨਾਨਕ ਸਾਹਿਬ ਜੀ ਦਾ ਸਾਨੀ ਕੋਈ ਨਹੀਂ ਹੋਇਆ। ਸੋ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਜੀ ਦੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ, ਜਿਹੜਾ ਗੁਰੂ ਨਾਨਕ ਦੇ ਉਪਦੇਸ਼ ਨੂੰ ਕਮਾਉਂਦਾ ਏ, ਗ੍ਰਾਮੀ ਸਮੂਹ ਪਰਿਵਾਰ ਦੇ ਨਾਲ ਉਹ ਭਵਜਲ ਸੰਸਾਰ ਤੋਂ ਤਰ ਜਾਂਦਾ ਏ। ਗੁਰ ਸੇਵਹੁ ਅਰ ਨਾਮ ਧਿਆਵਹੁ, ਤਿਆਗਹੁ ਮਨਹੁ ਗੁਮਾਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੀ ਸੇਵਾ ਕਰੋ ਤੇ ਨਾਮ ਨੂੰ ਧਿਆਉਣਾ ਕਰੋ। ਦੋ ਚੀਜ਼ਾਂ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਹੈ। ਪੁਰਾਣੇ ਮਹਾਂਪੁਰਖ ਦੱਸਦੇ ਸਨ, ਇਹ ਭਵਜਲ ਸੰਸਾਰ ਤੋਂ ਤਰਨ ਲਈ ਦੋ ਪੰਖ ਨੇ। ਜਿਵੇਂ ਪੰਛੀ ਉੱਡ ਕੇ ਸਮੁੰਦਰ ਪਾਰ ਕਰ ਜਾਂਦਾ ਹੈ ਨਾ, ਐਵੇਂ ਗੁਰੂ ਕਾ ਸਿੱਖ ਪਕਸ਼ੀ ਹੈ। ਇੱਕ ਤੇ ਬਾਣੀ ਤੇ ਬਾਣਾ ਹੈ। ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਣੋ। ਦੂਜਾ ਮਹਾਤਮਾ ਦੱਸਦੇ ਨੇ ਸੇਵਾ ਤੇ ਸਿਮਰਨ, ਇਹ ਵੀ ਦੋ ਖੰਭ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਪਹਿਲਾ ਉਪਦੇਸ਼ ਹੈ ਵੀ ਸੇਵਾ ਕਰੋ, ਦੂਜਾ ਉਪਦੇਸ਼ ਹੈ ਵੀ ਨਾਮ ਜਪਣਾ ਕਰੋ, ਤੇ ਤਿਆਗੋ ਮਨੋ ਗਮਾਨੀ। ਤੀਜਾ ਉਪਦੇਸ਼ ਹੈ ਵੀ ਜਿਹੜਾ ਮਨ ਨੂੰ ਹੰਕਾਰ ਦੀ ਕਾਲਖ ਲੱਗੀ ਹੈ ਨਾ, ਉਹ ਕਾਲਖ ਨੂੰ ਤਿਆਗਣਾ ਕਰੋ। ਕਿਉਂਕਿ ਬਾਣੀ ਵਿੱਚ ਪੜ੍ਹਦੇ ਆ, ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਿਹੜੇ ਅਹੰਕਾਰੀ ਨੇ ਉਹਨਾਂ ਨੂੰ ਸਤਿਗੁਰੂ ਪਿੱਠ ਦਿੰਦੇ ਨੇ, ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਮੁਖ ਨਾਲ ਲਾਉਂਦੇ ਨੇ। ਹਰਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਵੇਦ ਕੂਕਾ ਮਾਰ ਕੇ ਗੱਲ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਗੁਰੂ ਖਾਲਸਾ ਜੀ ਇਹ ਹੰਕਾਰ ਤੋਂ ਬਚਣਾ ਚਾਹੀਦਾ ਹੈ, ਪਰ ਬਚਿਆ ਬੜਾ ਔਖਿਆ ਜਾਂਦਾ ਹੈ। ਜਿਨ ਰਚ ਰਚਿਆ ਸਿਰਜਣਹਾਰੈ, ਨਾਲੇ ਹਉਮੈ ਪਾਈ। ਜਦੋਂ ਇਹ ਸੰਸਾਰ ਦੀ ਰਚਨਾ ਕੀਤੀ, ਇਹ ਹੰਕਾਰ ਦਾ ਕਿਨਕਾ ਮਹਾਰਾਜ ਨੇ ਉਦੋਂ ਦਾ ਹੀ ਨਾਲ ਪਾਇਆ ਹੈ। ਬਸ ਹੰਕਾਰ ਮਿਟ ਗਿਆ ਤੇ ਸਭ ਕੁਝ ਹੀ ਮਿਟ ਗਿਆ। ਹੰਕਾਰ ਗੁਰੂ ਖਾਲਸਾ ਜੀ ਸੈਨਾਪਤੀ ਹੈ, ਇਹ ਮਿਟ ਗਿਆ, ਸਾਰੀ ਫੌਜ ਕਾਮ ਕ੍ਰੋਧ ਦੀ ਆਪੇ ਹੀ ਮਿਟ ਗਈ। ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਕਲਗੀਧਰ ਜੀ ਮਿਹਰ ਕਰੋ, ਸੇਵਾ ਦੇ ਨਾਲ, ਸਿਮਰਨ ਦੇ ਨਾਲ, ਨਾਮ ਦੇ ਨਾਲ, ਬੰਦਗੀ ਦੇ ਨਾਲ ਜੋੜਨਾ ਕਰੋ। ਸੋ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਸੋ ਵੱਡੇ ਭਾਗ ਨੇ, ਮੈਂ ਆਪਣੇ ਸਮਝਦਾ ਹਾਂ, ਜੋ ਨਾਚੀਜੇ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਦਰ ਦੇ ਉੱਪਰ ਮਾਣ ਬਖਸ਼ਿਆ ਹੈ। ਸਿੰਘ ਸਾਹਿਬ ਗਿਆਨੀ ਹਰਦੀਪ ਸਿੰਘ ਜੀ, ਗੁਰੂ ਖਾਲਸਾ ਜੀ ਸਾਬਕਾ ਹੈੱਡ ਗ੍ਰੰਥੀ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ। ਵੱਡੇ ਮਾਣ ਦੀ ਗੱਲ ਹੈ, ਜਿੱਥੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ, ਸਤਿਗੁਰਾਂ ਦਾ ਆਸਨ ਸੰਘਾਸਨ ਹੈ, ਉੱਥੇ ਹੀ ਇਹ ਦਾਸ ਦੇ ਵਿਦਿਆ ਗੁਰਦੇਵ ਨੇ, ਉਹ ਵੀ ਸੰਗਤ ਦੇ ਵਿੱਚ ਬੈਠ ਕਰਕੇ ਕਥਾ ਸਰਵਣ ਕਰਦੇ ਪਏ ਹਨ। ਸੋ ਮੈਂ ਗੁਰੂ ਖਾਲਸਾ ਜੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ, ਮੌਜੂਦਾ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ, ਸੰਤ ਬਾਬਾ ਗੁਰਦੇਵ ਸਿੰਘ ਜੀ, ਸਮੁੱਚੀ ਜਥੇਬੰਦੀ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਬਾਬਾ ਰਾਮ ਸਿੰਘ ਜੀ,
ਇੱਥੋਂ ਦੀ ਪ੍ਰਬੰਧਕ ਕਮੇਟੀ ਤਖਤ ਸਾਹਿਬ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਬੇਅੰਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਬਖਸ਼ੀ ਹੈ। ਸੋ ਦੁਸ਼ਹਿਰੇ ਦੇ ਉੱਪਰ ਬਹੁਤ ਸਾਰੀਆਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਪਹੁੰਚੀਆਂ ਨੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿੱਥੇ ਪਹੁੰਚਿਆ ਹੈ, ਉੱਥੇ ਹੀ ਗੁਰੂ ਖਾਲਸਾ ਜੀ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਉਹ ਵੀ ਉਚੇਚੇ ਤੌਰ ਤੇ ਹਾਜ਼ਰੀਆਂ ਭਰਦੇ ਪਏ ਨੇ। ਇਸੇ ਤਰ੍ਹਾਂ ਗੁਰੂ ਨਾਨਕ ਦਲ ਮੜੀਆਂਵਾਲ ਵਾਲੇ ਮਹਾਂਪੁਰਖ, ਤਰਨਾ ਦਲ ਮਹਿਤਾ ਚੌਂਕ ਵਾਲੇ ਮਹਾਂਪੁਰਖ, ਇਸੇ ਤਰੀਕੇ ਦੇ ਨਾਲ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਮੇਜਰ ਸਿੰਘ ਜੀ, ਹੋਰ ਗੁਰੂ ਖਾਲਸਾ ਜੀ ਸਿੱਖ ਜਥੇਬੰਦੀਆਂ ਨਿਹੰਗ ਸਿੰਘਾਂ ਦੀਆਂ ਸਾਰੀਆਂ ਹੀ ਪਹੁੰਚੀਆਂ ਨੇ। ਸਾਰਿਆਂ ਵੱਲੋਂ ਮੈਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਂਦਾ ਹੋਇਆ ਇੱਥੇ ਹੀ ਖਿਮਾ ਦਾ ਜਾਚਕ ਹਾਂ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਕਹਿ ਤੂੰ ਇਹੋ ਵਿਚਾਰਾ, ਜੇ ਕਮਾਵੈ ਸੋ ਪਾਰ ਗਰਾਮੀ। ਗੁਰ ਸੇਵਹੁ ਅਰ ਨਾਮ ਧਿਆਵਹੁ, ਤਿਆਗਹੁ ਮਨ ਹੋ ਗੁਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਂ